BA ਸਮੈਸਟਰ 5th ਪੰਜਾਬੀ ਲਾਜ਼ਮੀ ਲੇਖ 8ਵਾਂ ਰਾਜਾ ਰਸਾਲੂ। ਰਾਜਾ ਰਸਾਲੂ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਰਸਾਲੂ ਦਾ ਜਨਮ ਤੇ ਦੇਸ਼ ਨਿਕਾਲਾ। ਰਾਜੇ ਰਸਾਲੂ ਦੇ ਧੌਲਰ ਉਸ ਤੋਂ 1850 ਸਾਲ ਪਿੱਛੋਂ ਵੀ ਪਿੰਡ ਮੁਜ਼ੱਫਰਗੜ੍ਹ, ਫਿਰੋਜ਼ਪੁਰ ਤੇ ਗੋਜਰੇ ਵਿੱਚ ਦੇਖ ਸਕਦੇ ਹਾਂ। ਰਸਾਲੂ ਰਾਜੇ ਸਲਵਾਹਨ ਦੇ ਘਰ ਲੂਣਾ ਦੀ ਕੁੱਖੋਂ ਪੈਦਾ ਹੋਇਆ ਤੇ ਜੋਤਸ਼ੀਆਂ ਦੇ ਕਹਿਣ ਅਨੁਸਾਰ ਉਸਨੂੰ 12 ਸਾਲ ਭੋਰੇ ਵਿੱਚ ਰੱਖਿਆ ਗਿਆ, ਜਿੱਥੇ ਉਹ ਤੀਰ ਅੰਦਾਜ਼ੀ ਤੇ ਤਲਵਾਰਬਾਜ਼ੀ ਦਾ ਉਸਤਾਦ ਬਣ ਗਿਆ। ਭੋਰੇ ਤੋਂ ਬਾਹਰ ਆ ਕੇ ਰਸਾਲੂ ਖੂਹਾਂ ਤੋਂ ਪਾਣੀ ਭਰਨ ਆਈਆਂ ਤੀਵੀਆਂ ਦੇ ਘੜੇ ਤੀਰ ਮਾਰ ਕੇ ਤੋੜਨ ਲੱਗਾ। ਇਸ ਸੰਬੰਧੀ ਖ਼ਬਰ ਪਾ ਕੇ ਰਾਜੇ ਨੇ ਸਰਕਾਰੀ ਖਰਚ ਉੱਤੇ ਲੋਕਾਂ ਨੂੰ ਗਾਗਰਾਂ ਬਣਵਾ ਦਿੱਤੀਆਂ, ਪਰ ਰਸਾਲੂ ਫਿਰ ਵੀ ਤੀਰ ਮਾਰਦਾ ਰਿਹਾ। ਇਹ ਦੇਖ ਕੇ ਰਾਜੇ ਨੇ ਘਰਾਂ ਵਿੱਚ ਖੂਹ ਲਵਾ ਦਿੱਤੇ, ਪਰ ਰਸਾਲੂ ਉੱਚੇ ਮੁਨਾਰੇ ਉੱਤੇ ਚੜ੍ਹ ਕੇ ਘੜੇ ਫੁੰਡਣ ਲੱਗਾ। ਤੰਗ ਆ ਕੇ ਰਾਜੇ ਨੇ ਉਸਨੂੰ 1 ਵਰ੍ਹੇ ਲਈ ਦੇਸ਼ ਨਿਕਾਲਾ ਦੇ ਦਿੱਤਾ। ਸਿਆਲਕੋਟ ਵਾਪਸੀ। ਰਸਾਲੂ ਆਪਣੇ ਨਾਲ ਸਿਆਲਕੋਟ ਦੇ ਤਗੜੇ ਸੂਰਮੇ ਤੇ ਬਹਾਦਰ ਯੋਧੇ ਲੈ ਕੇ ਆਪਣੀ ਫੌਲਾਦੀ ਘੋੜੀ ਉੱਤੇ ਚੜ੍ਹ ਕੇ ਰਾਹ ਵਿੱਚ ਆਪਣੀ ਬਹਾਦਰੀ ਦੇ ਕਰਤੱਵ ਦਿਖਾਉਂਦਾ ਸੋਨੀ ਦੇ ਪਿੰਡ ਗੁਜਰਾਤ ਪੁੱਜਾ। ਉੱਥੋਂ ਦੇ ਗੁੱਜਰ ਰਾਜਪੂਤ ਰਾਜੇ ਨੇ, ਜੋ ਸਲਵਾਹਨ ਦਾ ਦੋਸਤ ਸੀ, ਉਸਦੀ ਬਹੁਤ ਆਓ ਭਗਤ ਕੀਤੀ। ਰਸਾਲੂ ਨੇ ਉਸਨੂੰ ਦੱਸਿਆ ਕਿ ਉਹ ਜਿਹਲਮ ਦੇ ਰਾਜੇ ਨੂੰ ਸੋਧਣ ਲਈ ਜਾ ਰਿਹਾ ਹੈ। ਗੁੱਜਰ ਰਾਜੇ ਨੇ ਉਸਦੀ ਸਹਾਇਤਾ ਕੀਤੀ ਤੇ ਉਸਨੇ ਜਿਹਲਮ ਦੇ ਰਾਜੇ ਵਿਰੁੱਧ ਲੜਾਈ ਛੇੜ ਕੇ ਜਿੱਤ ਪ੍ਰਾਪਤ ਕੀਤੀ ਤੇ ਫਿਰ ਜਿਹਲਮ ਵੱਲ ਗੋਰਖਨਾਥ ਦੇ ਟਿੱਲੇ ਵੱਲ ਤੁਰ ਪਿਆ। ਇੱਥੇ ਉਸਨੇ ਬੜੀ ਬਹਾਦਰੀ ਨਾਲ ਇੱਕ ਸ਼ੇਰ ਦਾ ਸ਼ਿਕਾਰ ਕੀਤਾ। 1 ਵਰ੍ਹਾ ਬੀਤਣ ਮਗਰੋਂ ਪਿਓ ਦਾ ਸੁਨੇਹਾ ਪ੍ਰਾਪਤ ਕਰਨ ਮਗਰੋਂ ਉਹ ਮੁੜ ਸਿਆਲਕੋਟ ਆ ਗਿਆ। ਵਿਆਹ। ਸਲਵਾਹਨ ਦੇ ਵਜ਼ੀਰ ਮੋਤੀ ਰਾਮ ਨੇ ਆਪਣੀ ਧੀ ਕੋਕਲਾਂ ਦੀ ਮੰਗਣੀ ਰਸਾਲੂ ਨਾਲ ਕਰ ਦਿੱਤੀ। ਵਿਆਹ ਮਗਰੋਂ ਨਵੀਂ ਜੋੜੀ ਕੁਝ ਚਿਰ ਇਕੱਠੀ ਰਹੀ। ਰਸਾਲੂ ਨੇ ਸ਼ਹਿਰੋਂ ਬਾਹਰ ਇੱਕ ਮਹਿਲ ਬਣਵਾਇਆ ਤੇ ਉਸ ਵਿੱਚ ਕੋਕਲਾਂ ਨੂੰ ਤੋਤਿਆਂ ਦੇ ਮੈਨਾ ਦੀ ਰਾਖੀ ਵਿੱਚ ਛੱਡ ਕੇ ਬਾਹਰ ਚਲਾ ਗਿਆ। ਬਹਾਦਰੀ ਦੀਆਂ ਕਹਾਣੀਆਂ। ਰਸਾਲੂ ਦੇ ਜੀਵਨ ਨਾਲ ਬਹੁਤ ਸਾਰੀਆਂ ਬਹਾਦਰੀ ਤੇ ਦਲੇਰੀ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸਨੇ ਕਾਂਗੜੇ ਦੇ ਜੰਗਲਾਂ ਵਿੱਚ ਇੱਕ ਅਮੀਰ ਸ਼ਿਕਾਰੀ ਨੂੰ ਭਾਜ ਦਿੱਤੀ। ਉਸਨੇ ਮਾਰਗਲਾ ਦੇ ਦਿਓਆਂ ਵਰਗੇ ਆਦਮੀਆਂ ਨੂੰ ਅਧੀਨ ਕੀਤਾ, ਜੋ ਕਿਸੇ ਵੀ ਰਾਜੇ ਦੇ ਕਾਬੂ ਨਹੀਂ ਸਨ ਆਉਂਦੇ। ਚਿਰਪੜ ਦੀਆਂ ਪਹਾੜੀਆਂ ਵਿੱਚ ਉਸਨੇ ਇੱਕ ਡੈਣ ਮਾਰੀ। ਉੱਥੇ ਪੱਥਰ ਉੱਤੇ ਰਸਾਲੂ ਦੀ ਤਲਵਾਰ ਦੇ ਚੀਰ ਅਤੇ ਘੋੜੇ ਦੇ ਛੂਮਾ ਨਿਸ਼ਾਨ ਹਨ। ਰਾਜਗੱਦੀ। ਇੰਨੀ ਦਿਨੀਂ ਸਲਵਾਹਨ ਦੀ ਮੌਤ ਹੋਣ ਕਰਕੇ ਰਸਾਲੂ ਗੱਦੀ ਉੱਪਰ ਬੈਠਾ। ਰਸਾਲੂ ਪਿਤਾ ਦੀ ਮੌਤ ਵੱਲੋਂ ਨਿਰਮੋਹ ਜਿਹਾ ਰਿਹਾ। ਇੱਛਰਾਂ 10 ਦਿਨਾਂ ਪਿੱਛੋਂ ਮਰ ਗਈ। ਉਸਨੇ ਲੂਣਾ ਦੇ ਕਹੇ ਇੱਛਰਾਂ ਦੀ ਦੇਹ ਸੰਭਾਲੀ ਤੇ ਲੂਣਾ ਆਪਣੇ ਪੁੱਤਰ ਦਾ ਅੰਤ ਦੇਖਣ ਲਈ ਜਿਉਂਦੀ ਰਹੀ। ਲੂਣਾ ਦਾ ਦੁੱਖ। ਰਸਾਲੂ ਹਮੇਸ਼ਾ ਜੰਗਾਂ ਯੁੱਧਾਂ ਵਿੱਚ ਰਹਿੰਦਾ ਸੀ। ਕੋਕਲਾਂ ਵੱਖਰੀ ਰਹਿੰਦੀ ਸੀ ਤੇ ਇਕੱਲ ਵਿੱਚ ਵਿਧਵਾ ਲੂਣਾ ਨੂੰ ਪਿਛਲੀਆਂ ਸ਼ਰਮ ਭਰੀਆਂ ਗੱਲਾਂ ਚੇਤੇ ਆਉਂਦੀਆਂ ਸਨ। ਹੁਣ ਉਹ ਅਨੁਭਵ ਕਰਦੀ ਸੀ ਕਿ ਉਸਨੇ ਇੱਛਰਾਂ ਨੂੰ ਪੁੱਤਰ ਵਿਛੋੜੇ ਦਾ ਦੁੱਖ ਦੇ ਕੇ ਕਿੰਨਾ ਬੁਰਾ ਕੰਮ ਕੀਤਾ ਹੈ। ਰਾਣੀ ਕੋਕਲਾਂ ਦੀ ਇਕੱਲਤਾ ਤੇ ਦੁੱਖ। ਆਪਣੇ ਪਤੀ ਰਾਜੇ ਰਸਾਲੂ ਦੀ ਰਾਜ ਨੂੰ ਵਧਾਉਣ ਲਈ ਜੰਗਾਂ ਯੁੱਧਾਂ ਵਿੱਚ ਰੁੱਝੇ ਰਹਿਣ ਤੇ ਘਰੋਂ ਦੂਰ ਰਹਿਣ ਕਰਕੇ ਰਾਣੀ ਕੋਕਲਾਂ ਵੀ ਇਕੱਲ ਤੇ ਵਿਛੋੜੇ ਦਾ ਦੁੱਖ ਸਹਿ ਰਹੀ ਸੀ। ਉਹ ਜੰਗਲ ਵਿੱਚ ਜਾਨਵਰਾਂ ਨਾਲ ਦਿਲ ਪਰਚਾਵਾ ਕਰਦੀ ਤੇ ਇਸ ਤਰ੍ਹਾਂ ਦਿਨ ਲੰਘਾਉਂਦੀ। ਇੱਕ ਵਾਰੀ ਉਹ ਜੰਗਲ ਵਿੱਚ ਰਸਾਲੂ ਦੇ ਨਾਲ ਜਾ ਰਹੀ ਸੀ ਤਾਂ ਕੋਕਲਾਂ ਨੇ ਆਪਣਾ ਹਾਰ ਲਾ ਕੇ ਇੱਕ ਸੋਹਣੇ ਜਿਹੇ ਹੀਰੇ ਹਿਰਨ ਦੇ ਗਲ ਪਾ ਦਿੱਤਾ, ਤਾਂ ਜੋ ਰਾਜੇ ਨੂੰ ਸਮਝ ਆ ਜਾਵੇ ਕਿ ਉਹ ਆਪਣੇ ਦਿਨ ਕਿਸ ਤਰ੍ਹਾਂ ਜਾਨਵਰਾਂ ਦੇ ਨਾਲ ਦਿਲ ਪਰਚਾਵਾ ਕਰਕੇ ਕੱਢਦੀ ਹੈ। ਪਰ ਰਸਾਲੂ ਨੇ ਇਸ ਦਾ ਗੁੱਸਾ ਕੀਤਾ ਅਤੇ ਉਹ ਉਸ ਦਿਨ ਤੋਂ ਮਗਰੋਂ ਉਸ ਤੋਂ ਹੋਰ ਵੀ ਦੂਰ ਰਹਿਣ ਲੱਗ ਪਿਆ।
ਕਿਉਂਕਿ ਉਸਨੂੰ ਔਰਤਾਂ ਨਾਲੋਂ ਜੰਗਾਂ ਯੁੱਧਾਂ ਨਾਲ ਵਧੇਰੇ ਪਿਆਰ ਸੀ। ਇੱਕ ਵਾਰੀ ਉਹ ਕੋਈ ਜੰਗ ਜਿੱਤ ਕੇ ਘਰ ਪਰਤਿਆ ਤਾਂ ਉਹ ਅਡੋਲ ਹੀ ਪੌੜੀਆਂ ਚੜ੍ਹ ਗਿਆ। ਉਸਨੂੰ ਅੰਦਰੋਂ ਕੋਕਲਾ ਦੇ ਗਾਉਣ ਦੀ ਆਵਾਜ਼ ਆਈ। ਉਸਦੇ ਦੁੱਖ ਭਰੇ ਭਾਵਾਂ ਦਾ ਰਸਾਲੂ ਉੱਤੇ ਕੁਝ ਅਸਰ ਹੋਇਆ ਤੇ ਉਹ ਅੱਗੇ ਨਾਲੋਂ ਵਧੇਰੇ ਕੋਕਲਾ ਦਾ ਧਿਆਨ ਰੱਖਣ ਲੱਗ ਪਿਆ ਤੇ ਉਸਨੇ ਆਪਣੀ ਮਾਂ ਨੂੰ ਵੀ ਉੱਥੇ ਹੀ ਸੱਦ ਲਿਆ। ਹੁਣ ਉਸਦਾ ਪੱਥਰ ਦਿਲ ਕੋਮਲ ਹੋ ਚੁੱਕਾ ਸੀ। ਹੁਣ ਉਹ ਬਦੋ-ਬਦੀ ਲੜਾਈਆਂ ਨਹੀਂ ਸੀ ਸਹੇੜਦਾ ਤੇ ਲੋਕਾਂ ਨਾਲ ਉਸਦੀ ਵਰਤੋਂ ਵੀ ਗੰਭੀਰ ਰਾਜਿਆਂ ਵਰਗੀ ਹੋ ਗਈ। ਧੀ ਦਾ ਜਨਮ। ਇੰਨੀ ਦਿਨੀਂ ਰਸਾਲੂ ਦੇ ਘਰ ਇੱਕ ਲੜਕੀ ਨੇ ਜਨਮ ਲਿਆ ਜਿਸ ਦਾ ਨਾਂ ਸਰਨ ਰੱਖਿਆ ਗਿਆ, ਜੋ ਕਿ ਭਰ ਜਵਾਨ ਹੋ ਕੇ ਬੜੀ ਰੂਪਵਤੀ ਨਿਕਲੀ। ਮਹਿਤਾ ਤੇ ਸਵਿਤਰੀ। ਸਿਆਲਕੋਟ ਵਿੱਚ ਇੱਕ ਮਹਿਤਾ ਨਾਂ ਦਾ ਵਪਾਰੀ ਰਸਾਲੂ ਦਾ ਮਿੱਤਰ ਸੀ ਤੇ ਉਸਦੀ ਪਤਨੀ ਸਵਿਤਰੀ ਬੜੀ ਧਰਮ ਦੀ ਪੱਕੀ ਸੀ। ਇੱਕ ਵਾਰੀ ਰਸਾਲੂ ਨੇ ਉਸਦਾ ਸੱਤ ਪਰਖਣ ਲਈ ਮਹਿਤੇ ਨੂੰ ਕਿਧਰੇ ਬਾਹਰ ਭੇਜ ਦਿੱਤਾ ਤੇ ਆਪ ਰਾਤ ਨੂੰ ਭੇਸ ਵਟਾ ਕੇ ਉਸਦੇ ਘਰ ਪੁੱਜਾ। ਬਹੁਤ ਯਤਨ ਕਰਨ ਤੇ ਵੀ ਜਦੋਂ ਸਵਿਤਰੀ ਸੱਥ ਤੋਂ ਨਾ ਡੋਲੀ ਤਾਂ ਉਹ ਉਸਦੇ ਬਿਸਤਰੇ ਹੇਠ ਆਪਣੀ ਮੁੰਦਰੀ ਰੱਖ ਕੇ ਆ ਗਿਆ ਤੇ ਉਸਦਾ ਧਰਮ ਭਰਾ ਬਣ ਗਿਆ। ਅਗਲੇ ਦਿਨ ਮਹਿਤੇ ਨੇ ਆ ਕੇ ਜਦੋਂ ਰਸਾਲੂ ਦੀ ਮੁੰਦਰੀ ਆਪਣੀ ਪਤਨੀ ਦੇ ਬਿਸਤਰੇ ਹੇਠ ਦੇਖੀ ਤਾਂ ਉਸਨੇ ਉਸਨੂੰ ਘਰੋਂ ਕੱਢ ਦਿੱਤਾ ਤੇ ਉਹ ਜੋਗਣ ਬਣ ਕੇ ਜੰਗਲਾਂ ਵਿੱਚ ਫਿਰਦੀ ਰਹੀ। ਰਸਾਲੂ ਦੇ ਸਮਝਾਉਣ ਤੇ ਜਦੋਂ ਮਹਿਤੇ ਦਾ ਸ਼ੱਕ ਦੂਰ ਹੋਇਆ ਤਾਂ ਸਵਿਤਰੀ ਰੱਬ ਦੀ ਭਗਤੀ ਵਿੱਚ ਦ੍ਰਿੜ ਹੋ ਚੁੱਕੀ ਸੀ। ਮਹਿਤੇ ਦੇ ਮਰਨ ਤੇ ਸਵਿਤਰੀ ਨੇ ਵੀ ਪ੍ਰਾਣ ਦੇ ਦਿੱਤੇ। ਡੋਲਾ ਛੱਡਣਾ। ਇੱਕ ਵਾਰੀ ਰਸਾਲੂ ਨੇ ਇੱਕ ਸ਼ੇਰ ਮਾਰ ਕੇ ਉੱਥੋਂ ਦੇ ਰਾਜੇ ਤੋਂ ਇਨਾਮ ਵਜੋਂ ਉਸਦੀ ਧੀ ਦਾ ਡੋਲਾ ਪ੍ਰਾਪਤ ਕੀਤਾ, ਪਰ ਉਹ ਡੋਲਾ ਉੱਥੇ ਹੀ ਛੱਡ ਆਇਆ। ਰਸਾਲੂ ਬੜਾ ਰੰਗੀਲਾ ਸੀ ਪਰ ਛੇਤੀ ਹੀ ਦੁਨੀਆ ਤੋਂ ਉਦਾਸ ਵੀ ਹੋ ਜਾਂਦਾ ਸੀ। ਚਰਿੱਤਰ। ਰਸਾਲੂ ਬਹਾਦਰ, ਪਰਉਪਕਾਰੀ, ਨਿਆਂਕਾਰ, ਰਾਜਨੀਤੀਵੇਤਾ, ਰੂਪਵਾਨ, ਉਦਾਰ, ਰੰਗੀਲਾ ਤੇ ਵਲਛਲ ਕਰ ਲੈਣ ਵਾਲਾ ਸੀ। ਉਸਨੇ ਲੋਕਾਂ ਦੇ ਭਲੇ ਲਈ ਬਹੁਤ ਕੰਮ ਕੀਤੇ। ਅਟਕ ਤੋਂ ਲੈ ਕੇ ਲਾਹੌਰ ਤੇ ਕਸ਼ਮੀਰ ਤੋਂ ਲੈ ਕੇ ਸਿੰਧ ਦਰਿਆ ਤੱਕ ਰਸਾਲੂ ਦੇ ਨਿਸ਼ਾਨ ਅਤੇ ਪਤੇ ਮਿਲਦੇ ਹਨ। ਉਹ ਫੁਰਤੀਲਾ ਤੇ ਛੋਹਲਾ ਸੀ। ਸਿਰਕੱਪ ਤੇ ਸਰਮੁਖ। ਟੈਕਸਲਾ ਦੇ ਖੋਲਿਆਂ ਵਿੱਚ ਦੋ ਪੁਰਾਣੇ ਸ਼ਹਿਰਾਂ ਦੇ ਖੋਲੇ ਹਨ ਜਿਨ੍ਹਾਂ ਦੇ ਨਾਂ ਸਿਰਕੱਪ ਤੇ ਸਿਰਮੁਖ ਹਨ। ਕਿਹਾ ਜਾਂਦਾ ਹੈ ਕਿ ਰਸਾਲੂ ਨੇ ਇਨ੍ਹਾਂ ਨਾਵਾਂ ਦੇ ਦੋ ਰਾਜੇ, ਜਿਨ੍ਹਾਂ ਨੂੰ ਦੈਂਤ ਵੀ ਦੱਸਿਆ ਜਾਂਦਾ ਹੈ, ਮਾਰੇ ਸੀ। ਉਸਨੇ ਸਿਰਕੱਪ ਦੀ ਧੀ ਵਿਆਹੀ ਸੀ। ਡਰ ਉਸਦੇ ਨੇੜੇ ਨਹੀਂ ਸੀ ਢੁਕਦਾ। ਜਿੱਥੇ ਜਾਂਦਾ ਨਵਾਂ ਨਿਹੂ ਲਾਉਂਦਾ ਤੇ ਉੱਥੇ ਤੁਰਨ ਲੱਗਾ ਪੂਰੀ ਤਰ੍ਹਾਂ ਨਿਰਮੋਹਾ ਹੋ ਜਾਂਦਾ। ਉਹ ਸ਼ਾਕਾ ਲੋਕਾਂ ਦੇ ਵੱਧ ਰਹੇ ਹੜ੍ਹ ਦਾ ਟਾਕਰਾ ਕਰਦਾ ਰਿਹਾ। ਹੋਡੀ ਤੇ ਸ਼ਰਨ ਦਾ ਪਿਆਰ। ਇੱਕ ਵਾਰੀ ਰਾਜਾ ਹੋਡੀ ਸ਼ਿਕਾਰ ਖੇਡਦਾ ਉੱਧਰ ਆ ਨਿਕਲਿਆ ਤੇ ਉਹ ਸ਼ਰਨ ਨੂੰ ਦੇਖ ਕੇ ਮੋਹਿਤ ਹੋ ਗਿਆ। ਸ਼ਰਨ ਵੀ ਉਸਨੂੰ ਦੇਖ ਕੇ ਆਪਾ ਲੁਟਾ ਬੈਠੀ। ਉਸਨੇ ਕਈ ਬੁਝਾਰਤਾਂ ਤੇ ਅੜਾਉਣੀਆਂ ਨਾਲ ਪਰਖ ਕਰਕੇ ਇਹ ਜਾਣ ਲਿਆ ਕਿ ਉਹ ਇੱਕ ਇੱਜ਼ਤਦਾਰ ਰਾਜਾ ਹੈ ਤੇ ਉਸਨੇ ਉਸ ਨਾਲ ਪ੍ਰੇਮ ਪਾ ਲਿਆ। ਹੋਡੀ ਨੇ ਰਸਾਲੂ ਤੋਂ ਸਰਨ ਦੇ ਡੋਲੇ ਦੀ ਮੰਗ ਕੀਤੀ, ਪਰ ਰਸਾਲੂ ਨਾ ਮੰਨਿਆ ਤੇ ਉਸਨੇ ਸਰਨ ਦੀ ਮੰਗਣੀ ਕਿਸੇ ਹੋਰ ਥਾਂ ਕਰਨੀ ਚਾਹੀ ਤਾਂ ਹੋਡੀ ਸਰਨ ਨੂੰ ਚੋਰੀ ਲੈ ਗਿਆ। ਹੋਡੀ ਤੇ ਰਸਾਲੂ ਦੀ ਲੜਾਈ। ਰਸਾਲੂ ਨੇ ਹੋਡੀ ਉੱਤੇ ਹਮਲਾ ਕਰ ਦਿੱਤਾ। ਘਮਸਾਨ ਦੀ ਲੜਾਈ ਮਗਰੋਂ ਰਸਾਲੂ ਤੇ ਹੋਡੀ ਆਮੋ-ਸਾਹਮਣੇ ਹੋ ਕੇ ਇੱਕ ਦੂਜੇ ਉੱਪਰ ਵਾਰ ਕਰਨ ਲੱਗੇ। ਰਸਾਲੂ, ਜੋ ਕਦੇ ਲੜਾਈ ਤੋਂ ਥੱਕਿਆ ਨਹੀਂ ਸੀ, ਅੱਜ ਮੁੜਕੋ-ਮੁੜਕੀ ਹੋ ਰਿਹਾ ਸੀ। ਅੰਤ ਰਸਾਲੂ ਦੀ ਤਲਵਾਰ ਟੁੱਟ ਗਈ ਤੇ ਉਸਨੂੰ ਹਾਰ ਮੰਨਣੀ ਪਈ। ਹੋਡੀ ਦੀ ਬਹਾਦਰੀ ਦੇਖ ਕੇ ਰਸਾਲੂ ਉਸਨੂੰ ਆਪਣੀ ਧੀ ਦਾ ਡੋਲਾ ਦੇਣ ਲਈ ਤਿਆਰ ਹੋ ਗਿਆ, ਪਰ ਉਹ ਰਾਹ ਵਿੱਚ ਹੀ ਮਰ ਗਿਆ। ਸੰਸਕਾਰ। ਹੋਡੀ ਤੇ ਸ਼ਰਨ ਨੇ ਰਸਾਲੂ ਦੀ ਦੇਹ ਨੂੰ ਲੂਣਾ ਤੇ ਕੋਕਲਾ ਦੇ ਕੋਲ ਲਿਆ ਕੇ ਸੰਸਕਾਰ ਕੀਤਾ। ਲੂਣਾ ਨੂੰ ਅਜੇ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਪੁੱਤਰ ਵਿਛੋੜਾ ਕੀ ਹੁੰਦਾ ਹੈ। ਹੋਡੀ ਸਾਰੇ ਰਾਜ ਦਾ ਮਾਲਕ ਬਣ ਗਿਆ। ਕੁਝ ਸਮੇਂ ਮਗਰੋਂ ਲੂਣਾ ਤੇ ਕੋਕਲਾ ਮਰ ਗਈਆਂ। ਹੋਡੀ
ਤੇ ਸਰਨ ਦੀ ਔਲਾਦ। ਹੋਡੀ ਤੇ ਸਰਨ ਦੇ 3 ਪੁੱਤਰ ਹੋਏ, ਟਿਊ, ਘਿਊ ਤੇ ਸਿਊ। ਸਿਊ ਦੀ ਔਲਾਦ ਸਿਆਲ, ਢਿਊ ਦੀ ਔਲਾਦ ਟਿਵਾਣੇ ਤੇ ਘਿਊ ਦੀ ਔਲਾਦ ਘੇਬੇ ਟਿੱਕੀ। ਇਹ 3 ਕੌਮਾਂ ਅਜੇ ਤੱਕ ਅਟਕ, ਪਿੰਡੀਕੇਬ, ਝੰਗ ਤੇ ਸਿਆਲਕੋਟ ਦੇ ਨੇੜੇ ਤੇੜੇ ਲੱਭਦੀਆਂ ਹਨ। ਗੜ੍ਹ ਮਹਾਰਾਜ ਤੋਂ ਲੈ ਕੇ ਝੰਗ ਦੇ ਆਲੇ ਦੁਆਲੇ, ਰਾਵੀ ਤੇ ਝਨਾ ਦੇ ਕੰਢੇ ਸਭ ਸਿਆਲ ਵਸਦੇ ਹਨ। ਉੱਤਰ ਪੱਛਮ ਵੱਲ ਟਿਵਾਣੇ ਹਨ ਤੇ ਅੱਗੇ ਤਲਾਹ ਗੰਗ ਤੱਕ ਘੇਬੇ ਅਤੇ ਫਿਰ ਸਿਆਲ ਹਨ। ਨਨਕਾਣਾ ਸਾਹਿਬ। ਲੇਖਕ ਦਾ ਵਿਚਾਰ ਹੈ ਕਿ ਰਸਾਲੂ ਦਾ ਅਸਲ ਨਾਂ ਸਿਆਲੂ ਅਰਥਾਤ ਸਿਆਲਾਂ ਦਾ ਰਾਜਾ ਸੀ। ਉਸਨੇ ਲੋਕਾਂ ਤੋਂ ਇਹ ਵੀ ਸੁਣਿਆ ਹੈ ਕਿ ਨਨਕਾਣੇ ਸਾਹਿਬ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ ਪਹਿਲਾਂ ਸਰਨਪੁਰ ਸੀ, ਜਿਸਦੇ ਸਬੂਤ ਵੀ ਮਿਲਦੇ ਹਨ। ਰਾਜਾ ਰਸਾਲੂ ਨਿਬੰਧ ਦਾ ਵਿਸ਼ਾ ਵਸਤੂ। ਰਾਜਾ ਰਸਾਲੂ ਨਿਬੰਧ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਹੈ। ਇਸਦਾ ਵਿਸ਼ਾ ਪੰਜਾਬ ਦੇ ਪ੍ਰਸਿੱਧ ਲੋਕ ਨਾਇਕ ਰਾਜੇ ਰਸਾਲੂ ਦੇ ਜੀਵਨ ਦੀ ਮਿੱਥ ਅਤੇ ਇਤਿਹਾਸਕਤਾ ਨੂੰ ਉਜਾਗਰ ਕਰਨਾ ਹੈ। ਮਿੱਥ ਅਨੁਸਾਰ ਤਾਂ ਰਾਜਾ ਰਸਾਲੂ ਸਿਆਲਕੋਟ ਦੇ ਰਾਜੇ ਸਲਵਾਹਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਜਨਮਿਆ ਤੇ ਜੋਤਸ਼ੀਆਂ ਦੇ ਕਹਿਣ ਅਨੁਸਾਰ 12 ਸਾਲ ਭੋਰੇ ਵਿੱਚ ਗੁਜ਼ਾਰਨ ਮਗਰੋਂ ਤੀਰ ਅੰਦਾਜ਼ੀ ਅਤੇ ਤਲਵਾਰ ਜਨੀ ਦਾ ਮਾਹਰ ਹੋ ਕੇ ਬਾਹਰ ਆਇਆ। ਉਸਨੂੰ ਤੀਰ ਮਾਰ ਕੇ ਔਰਤਾਂ ਦੇ ਘੜੇ ਤੋੜਨ ਤੋਂ ਬਾਜ਼ ਨਾ ਆਉਂਦਾ ਦੇਖ ਕੇ ਉਸਦੇ ਬਾਪ ਨੇ ਉਸਨੂੰ 1 ਵਰ੍ਹੇ ਲਈ ਦੇਸ਼ ਨਿਕਾਲਾ ਦੇ ਦਿੱਤਾ। ਦੇਸ਼ ਨਿਕਾਲੇ ਸਮੇਂ ਉਸਨੇ ਜੇਹਲਮ ਉੱਤੇ ਫਤਿਹ ਪ੍ਰਾਪਤ ਕੀਤੀ ਤੇ ਸ਼ੇਰ ਦਾ ਸ਼ਿਕਾਰ ਕੀਤਾ। ਵਰ੍ਹਾ ਪੂਰਾ ਹੋਣ ਤੇ ਰਾਜੇ ਨੇ ਵਾਪਸ ਬੁਲਾਇਆ ਤੇ ਉਸਦਾ ਵਿਆਹ ਵਜ਼ੀਰ ਮੋਤੀ ਰਾਮ ਦੀ ਧੀ ਕੋਕਲਾਂ ਨਾਲ ਹੋ ਗਿਆ। ਪਰ ਰਸਾਲੂ ਉਸਨੂੰ ਇਹ ਮਹਿਲ ਵਿੱਚ ਤੋਤਿਆਂ ਤੇ ਮੈਨਾ ਦੀ ਰਖਵਾਲੀ ਵਿੱਚ ਛੱਡ ਕੇ ਮਾਰਾਂ ਮਾਰਨ ਤੇ ਚੜਿਆ ਰਹਿੰਦਾ ਤੇ ਉਸ ਦੌਰਾਨ ਉਸਨੇ ਇੱਕ ਅਮੀਰ ਸ਼ਿਕਾਰੀ ਤੇ ਚਿਰਪੜ ਦੀਆਂ ਪਹਾੜੀਆਂ ਵਿੱਚ ਇੱਕ ਡੈਣ ਨੂੰ ਮਾਰਿਆ। ਸਲਵਾਹਨ ਦੀ ਮੌਤ ਮਗਰੋਂ ਉਸਦੀ ਗੱਦੀ ਸੰਭਾਲ ਕੇ ਉਹ ਹਮੇਸ਼ਾ ਜੰਗਾਂ ਯੁੱਧਾਂ ਵਿੱਚ ਰੁੱਝਾ ਰਿਹਾ। ਉਸਦੇ ਵਿਛੋੜੇ ਵਿੱਚ ਵੱਖਰੇ ਵੱਖਰੇ ਮਹਿਲਾਂ ਵਿੱਚ ਰਹਿ ਰਹੀਆਂ ਲੂਣਾ ਤੇ ਕੋਕਲਾਂ ਤੜਫਦੀਆਂ। ਕੋਕਲਾਂ ਜਾਨਵਰਾਂ ਨਾਲ ਪਿਆਰ ਪਾ ਕੇ ਦਿਲ ਲਾਉਂਦੀ। ਇੱਕ ਵਾਰੀ ਉਹ ਕੋਕਲਾਂ ਦੁਆਰਾ ਹਿਰਨ ਦੇ ਗਲ ਵਿੱਚ ਆਪਣਾ ਹਾਰ ਪਾਉਣ ਉੱਤੇ ਉਸ ਨਾਲ ਨਾਰਾਜ਼ ਹੋ ਗਿਆ ਤੇ ਉਸ ਤੋਂ ਹੋਰ ਦੂਰ ਰਹਿਣ ਲੱਗਾ। ਉਸਨੂੰ ਔਰਤਾਂ ਨਾਲੋਂ ਜੰਗਾਂ ਯੁੱਧਾਂ ਨਾਲ ਵਧੇਰੇ ਪਿਆਰ ਸੀ। ਇੱਕ ਵਾਰੀ ਜਦੋਂ ਉਹ ਜੰਗ ਜਿੱਤ ਕੇ ਘਰ ਪਰਤਿਆ ਤਾਂ ਮਹਿਲ ਦੀਆਂ ਪੌੜੀਆਂ ਚੜ੍ਹਦਿਆਂ ਕੋਕਲਾਂ ਦੁਆਰਾ ਗਾਏ ਜਾ ਰਹੇ ਦਰਦ ਭਰੇ ਗੀਤ ਨੂੰ ਸੁਣ ਕੇ ਉਸਦਾ ਮਨ ਪਿਘਲ ਗਿਆ ਤੇ ਉਹ ਅੱਗੋਂ ਕੋਮਲ ਦਿਲ ਬਣ ਗਿਆ। ਉਹ ਕੋਕਲਾਂ ਤੇ ਆਪਣੀ ਮਾਂ ਦਾ ਵਧੇਰੇ ਧਿਆਨ ਰੱਖਣ ਲੱਗਾ ਤੇ ਲੋਕਾਂ ਪ੍ਰਤੀ ਗੰਭੀਰ ਹੋ ਗਿਆ। ਉਸਦੇ ਘਰ ਸਰਨ ਨਾਂ ਦੀ ਧੀ ਨੇ ਜਨਮ ਲਿਆ, ਜੋ ਵੱਡੀ ਹੋ ਕੇ ਰੂਪਵਤੀ ਨਿਕਲੀ। ਇੱਕ ਵਾਰੀ ਉਸਨੇ ਸਤਵੰਤੀ ਸਵਿਤਰੀ ਦੀ ਭੇਸ ਵਟਾ ਕੇ ਪਰਖ ਕੀਤੀ ਤੇ ਉਸਨੂੰ ਧਰਮ ਤੋਂ ਨਾ ਡੋਲਦੀ ਦੇਖ ਕੇ ਉਸਦਾ ਧਰਮ ਭਰਾ ਬਣ ਗਿਆ। ਇੱਕ ਵਾਰੀ ਉਸਨੇ ਸ਼ੇਰ ਮਾਰ ਕੇ ਇਨਾਮ ਵਜੋਂ ਰਾਜੇ ਦੀ ਧੀ ਦਾ ਡੋਲਾ ਪ੍ਰਾਪਤ ਕੀਤਾ, ਪਰ ਉਹ ਡੋਲਾ ਉੱਥੇ ਹੀ ਛੱਡ ਆਇਆ। ਰਸਾਲੂ ਬਹਾਦਰ, ਪਰਉਪਕਾਰੀ, ਨਿਆਂਕਾਰ, ਰਾਜਨੀਤੀਵੇਤਾ, ਰੂਪਵਾਨ, ਉਦਾਰ, ਰੰਗੀਲਾ ਤੇ ਵਲਛਲ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸਨੇ ਸਿਰਕੱਪ ਤੇ ਸਿਰਮੁਖ ਦੈਂਤ ਮਾਰੇ ਤੇ ਸਿਰਕੱਪ ਦੀ ਧੀ ਵਿਆਹੀ। ਉਹ ਜਿੱਥੇ ਜਾਂਦਾ ਨਵਾਂ ਨਿਹੂ ਲਾਉਂਦਾ, ਪਰ ਉੱਥੇ ਤੁਰਨ ਸਮੇਂ ਨਿਰਮੋਹਾ ਹੋ ਜਾਂਦਾ। ਇੱਕ ਵਾਰੀ ਰਾਜੇ ਹੋਡੀ ਦਾ ਉਸਦੀ ਧੀ ਸਰਨ ਨਾਲ ਪਿਆਰ ਪੈ ਗਿਆ। ਰਸਾਲੂ ਨੂੰ ਇਹ ਗੱਲ ਪਸੰਦ ਨਹੀਂ ਸੀ। ਉਸਨੇ ਸਰਨ ਦੀ ਕਿਧਰੇ ਹੋਰ ਮੰਗਣੀ ਕਰਨੀ ਚਾਹੀ, ਪਰ ਹੋਡੀ ਸਰਨ ਨੂੰ ਲੈ ਕੇ ਨਿਕਲ ਗਿਆ। ਰਸਾਲੂ ਨੇ ਉਸ ਨਾਲ ਯੁੱਧ ਕੀਤਾ, ਪਰ ਕਦੇ ਵੀ ਨਾ ਹਾਰਨ ਵਾਲਾ ਰਸਾਲੂ ਇੱਥੇ ਹਾਰ ਗਿਆ। ਉਸਨੇ ਹੋਡੀ ਨੂੰ ਆਪਣੀ ਧੀ ਦਾ ਡੋਲਾ ਦੇ ਦਿੱਤਾ, ਪਰ ਵਾਪਸੀ ਸਮੇਂ ਮਰ ਗਿਆ। ਉਸਦਾ ਸੰਸਕਾਰ ਹੋਡੀ ਤੇ ਸਰਨ ਨੇ ਲੂਣਾ ਤੇ ਕੋਕਲਾਂ ਦੇ ਕੋਲ ਲਿਆ ਕੇ ਕੀਤਾ। ਹੁਣ ਹੋਡੀ ਰਾਜ ਦਾ ਮਾਲਕ ਬਣ ਗਿਆ। ਕੁਝ ਚਿਰ ਮਗਰੋਂ ਲੂਣਾ ਤੇ ਇੱਛਰਾਂ ਵੀ ਮਰ ਗਈਆਂ। ਹੋਡੀ ਤੇ ਸਰਨ ਦੇ 3 ਪੁੱਤਰ ਢਿਊ, ਘਿਊ ਤੇ ਸਿਊ ਸਨ, ਜਿਨ੍ਹਾਂ ਦੀਆਂ ਔਲਾਦਾਂ ਪੰਜਾਬ ਵਿੱਚ ਵਸਦੀਆਂ ਹਨ। ਇਸ ਤਰ੍ਹਾਂ ਲੇਖਕ
ਇਸ ਲੋਕ ਕਹਾਣੀ ਤੇ ਮਿਥਿਹਾਸਕ ਪੱਖ ਨੂੰ ਪੇਸ਼ ਕਰਦਾ ਹੋਇਆ ਕੁਝ ਹਵਾਲਿਆਂ ਨਾਲ ਇਸ ਨੂੰ ਇਤਿਹਾਸਕ ਵੀ ਸਿੱਧ ਕਰਦਾ ਹੈ। ਉਹ ਦੱਸਦਾ ਹੈ ਕਿ ਟੈਕਸਲਾਂ ਦੇ ਖੋਲਿਆਂ ਵਿੱਚ ਦੋ ਪੁਰਾਣੇ ਸ਼ਹਿਰਾਂ ਦੇ ਖੋਲੇ ਹਨ। ਉਹਨਾਂ ਦੇ ਰਾਜਿਆਂ ਦੇ ਨਾਂ ਉੱਤੇ ਸਿਰਕੱਪ ਤੇ ਸਿਰਮੁਖ ਹਨ, ਜਿਨ੍ਹਾਂ ਨੂੰ ਰਸਾਲੂ ਨੇ ਮਾਰਿਆ ਦੱਸਿਆ ਜਾਂਦਾ ਹੈ। ਉਹ ਦੱਸਦਾ ਹੈ ਕਿ ਅਟਕ ਤੋਂ ਲਾਹੌਰ ਤੱਕ ਅਤੇ ਕਸ਼ਮੀਰ ਤੋਂ ਸਿੰਧ ਤੱਕ ਰਸਾਲੂ ਦੇ ਪਤੇ ਮਿਲਦੇ ਹਨ। ਉਸਦਾ ਵਿਚਾਰ ਹੈ ਕਿ ਹੋਡੀ ਤੇ ਸਰਨ ਦੇ ਤਿੰਨਾਂ ਪੁੱਤਰਾਂ ਟਿਊ, ਘਿਊ ਤੇ ਸਿਊ ਦੀ ਔਲਾਦ ਇਹਨਾਂ ਨਾਵਾਂ ਥੱਲੇ ਪੰਜਾਬ ਵਿੱਚ ਵੱਸਦੀ ਹੈ। ਸਿਊ ਦੀ ਔਲਾਦ ਸਿਆਲ, ਟਿਊ ਦੀ ਔਲਾਦ ਟਿਵਾਣੇ ਤੇ ਘਿਊ ਦੀ ਔਲਾਦ ਘੇਬੇ। ਇਹ ਤਿੰਨੇ ਕੌਮਾਂ ਅਜੇ ਤੱਕ ਅਟਕ, ਭਿੰਡੀ ਘੋਬ, ਝੰਗ ਤੇ ਸਿਆਲਕੋਟ ਦੇ ਨੇੜੇ ਤੇੜੇ ਮਿਲਦੀਆਂ ਹਨ। ਗੜ੍ਹ ਮਹਾਰਾਜ ਤੋਂ ਲੈ ਕੇ ਝੰਗ ਦੇ ਆਲੇ ਦੁਆਲੇ ਰਾਵੀ ਤੇ ਝਨਾ ਦੇ ਕੰਢੇ ਸਿਆਲ ਵੱਸਦੇ ਹਨ। ਉੱਤਰ ਪੱਛਮ ਵੱਲ ਟਿਵਾਣੇ ਹਨ। ਅੱਗੇ ਤਲਾਗੰਗ ਤੱਕ ਘੇਬੇ ਅਤੇ ਫਿਰ ਸਿਆਲ ਹਨ। ਰਸਾਲੂ ਸ਼ਬਦ ਲੇਖਕ ਅਨੁਸਾਰ ਸਿਆਲੂ ਹੋਵੇਗਾ, ਜਿਸਦਾ ਭਾਵ ਹੈ ਸਿਆਲਾਂ ਦਾ ਰਾਜਾ। ਲੇਖਕ ਲੋਕਾਂ ਵਿੱਚ ਪ੍ਰਚਲਿਤ ਇਸ ਮਾਨਤਾ ਨਾਲ ਵੀ ਸਹਿਮਤ ਹੈ ਕਿ ਨਨਕਾਣੇ ਸਾਹਿਬ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ ਪਹਿਲਾਂ ਸਰਨਪੁਰ ਸੀ। ਰਾਏ ਬੁਲਾਰ ਦੇ ਥੇ ਕੋਲੋਂ ਪ੍ਰਾਪਤ ਬਹੁਤ ਪੁਰਾਣੇ ਤਲਾਵਾਂ ਨੂੰ ਲੱਗੀਆਂ ਇੱਟਾਂ ਰਸਾਲੂ ਦੇ ਟੁੱਟੇ ਧੌਲਰਾਂ ਦੀਆਂ ਇੱਟਾਂ ਦਾ ਨਮੂਨਾ ਹੀ ਹਨ। ਅਟਕ ਦੇ ਕਿਲ੍ਹੇ ਵਿੱਚ ਅਜੇ ਤੱਕ ਰਾਜੇ ਹੋਡੀ ਦਾ ਕਿਲ੍ਹਾ ਹੈ। ਉਪਰੋਕਤ ਸਾਰੀ ਚਰਚਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਨੇ ਆਪਣੇ ਇਸ ਨਿਬੰਧ ਵਿੱਚ ਰਾਜੇ ਰਸਾਲੂ ਦੀ ਪ੍ਰਸਿੱਧ ਲੋਕ ਕਥਾ ਮਿਥਿਹਾਸਕ ਪੱਖ ਦੇ ਨਾਲ ਉਸਦੇ ਇਤਿਹਾਸਕ ਪੱਖਾਂ ਨੂੰ ਉਘਾੜਨ ਦਾ ਯਤਨ ਕੀਤਾ ਹੈ। ਲੇਖਕ ਦਾ ਇਹ ਯਤਨ ਉਸਾਰੂ ਤੇ ਮੌਲਿਕ ਹੈ। ਇਸ ਨਿਬੰਧ ਦਾ ਮੂਲ ਭਾਵ ਇਹੋ ਹੈ ਕਿ ਭਾਵੇਂ ਰਾਜੇ ਰਸਾਲੂ ਦਾ ਜੀਵਨ ਇਤਿਹਾਸਕ ਤੇ ਮਿਥਿਹਾਸਕ ਘਟਨਾਵਾਂ ਨਾਲ ਭਰਪੂਰ ਹੈ, ਪਰੰਤੂ ਇਸਦੇ ਬਾਵਜੂਦ ਉਸਦਾ ਪੰਜਾਬੀ ਜੀਵਨ ਉੱਤੇ ਪ੍ਰਭਾਵ ਹੈ। ਇਸਦੀ ਕਥਾ ਰਸਦਾਇਕ ਤੇ ਦਿਲਚਸਪ ਹੈ। ਲੇਖ 9ਵਾਂ ਗੁਰੂ ਨਾਨਕ। ਗੁਰੂ ਨਾਨਕ ਨਿਬੰਧ ਵਿੱਚ ਗੁਰਬਖਸ਼ ਸਿੰਘ ਨੇ ਗੁਰੂ ਜੀ ਬਾਰੇ ਜੋ ਵਿਚਾਰ ਪੇਸ਼ ਕੀਤੇ ਹਨ, ਉਹਨਾਂ ਨੂੰ ਸੰਖੇਪ ਕਰਕੇ ਲਿਖੋ ਜਾਂ ਗੁਰੂ ਨਾਨਕ ਨਿਬੰਧ ਦਾ ਸਾਰ ਲਿਖੋ। ਗੁਰੂ ਨਾਨਕ ਨਿਬੰਧ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਇਸ ਵਿੱਚ ਲੇਖਕ ਨੇ ਗੁਰੂ ਜੀ ਦੀ ਸ਼ਖਸੀਅਤ ਅਤੇ ਵਿਚਾਰਧਾਰਾ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨਾ ਹੈ। ਮਹਾਂਪੁਰਖ ਦੀ ਪਛਾਣ। ਮਹਾਂਪੁਰਖ ਦੀ ਇੱਕੋ ਪਛਾਣ ਹੈ ਕਿ ਉਸਦਾ ਜੀਵਨ ਆਲੇ ਦੁਆਲੇ ਦੀ ਕਾਇਆ ਪਲਟ ਦੇਵੇ। ਉਹ ਬਿਮਾਰ ਜ਼ਿੰਦਗੀ ਨੂੰ ਵਰਚਾਉਂਦਾ ਨਹੀਂ, ਸਗੋਂ ਉਸਦੀਆਂ ਪੀੜਾਂ ਤੇ ਘਾਟਾਂ ਦੀ ਨਬਜ਼ ਟੋਹ ਕੇ ਸਿਹਤ ਤੇ ਖੁਸ਼ਹਾਲੀ ਦਾ ਰਾਹ ਦਰਸਾਉਂਦੇ ਹਨ। ਜਦੋਂ ਜ਼ਿੰਦਗੀ ਅਗਾਂਹ ਵਧਣੋਂ ਰੁਕ ਜਾਂਦੀ ਹੈ ਤਾਂ ਇਸਦਾ ਖਲੋਤਾ ਪਾਣੀ ਸੜਨ ਤੇ ਬੋ ਮਾਰਨ ਲੱਗਦੇ ਹਨ। ਇਸ ਸਮੇਂ ਜ਼ਿੰਦਗੀ ਕਿਆਸੀ ਸਵਰਗਾਂ ਨਾਲ ਆਪਣੇ ਆਪ ਨੂੰ ਧੋਖਾ ਦਿੰਦੀ ਹੈ, ਪਰ ਹਾਰ ਦੀ ਉਪਰਾਮਤਾ ਇਸਦਾ ਅੰਗ ਅੰਗ ਪੀੜਿਤ ਕਰ ਦਿੰਦੀ ਹੈ ਤੇ ਇਸਦੇ ਅੰਦਰੋਂ ਹੌਂਕੇ ਉੱਠਦੇ ਹਨ ਜੋ ਇਸਦੇ ਖਲੋਤੇ ਪਾਣੀਆਂ ਵਿੱਚ ਉਬਾਲ ਲਿਆਉਂਦੇ ਹਨ ਅਤੇ ਉਹ ਬਾਹਰ ਡੁੱਲਣ ਕਰਦੀ ਹੈ। ਇਸ ਨੂੰ ਡੁੱਲਣੋਂ ਬਚਾਉਣ ਲਈ ਇਸਦੇ ਆਪਣੇ ਵਿੱਚੋਂ ਅਤੀ ਡੂੰਘੇ ਪਾਣੀ ਇੱਕ ਉੱਚੇ ਥੰਮ੍ਹ ਦੀ ਸ਼ਕਲ ਵਿੱਚ ਉਤਾਂਹ ਉੱਠਦੇ ਹਨ। ਇਹ ਥੰਮ੍ਹ ਇਤਿਹਾਸ ਦੇ ਅਸਲੀ ਮਹਾਂਪੁਰਖ ਹੁੰਦੇ ਹਨ ਤੇ ਇਹਨਾਂ ਦੀ ਹੋਂਦ ਇਹਨਾਂ ਦੇ ਆਲੇ ਦੁਆਲੇ ਦੀ ਜ਼ਿੰਦਗੀ ਵਿੱਚ ਇਨਕਲਾਬ ਦੀ ਕਹਾਣੀ ਹੁੰਦੀ ਹੈ। ਗੁਰੂ ਨਾਨਕ ਦਾ ਜਨਮ। 15ਵੀਂ ਸਦੀ ਵਿੱਚ ਹਿੰਦੁਸਤਾਨ ਉੱਤੇ ਬਾਹਰੋਂ ਲਗਾਤਾਰ ਹਮਲੇ ਹੁੰਦੇ ਰਹਿਣ ਕਰਕੇ ਜੀਵਨ ਵਿੱਚ ਸਦਾ ਉਥਲ ਪੁਥਲ ਮਚੀ ਰਹਿੰਦੀ ਸੀ। ਇਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਉਹ ਪੰਜਾਬ ਦੇ ਹਿੰਦੂਆਂ ਮੁਸਲਮਾਨਾਂ ਦੇ ਸਾਂਝੇ ਗੁਰੂ ਸਨ। ਉਹਨਾਂ ਨੇ ਇਸ ਛੁੱਟੜ ਦੁਨੀਆ ਨੂੰ ਮਨੁੱਖ ਦੀ ਗਲਵੱਕੜੀ ਵਿੱਚ ਲਿਆ ਵਿਗਸਾਇਆ। ਊਚ ਨੀਚ ਦਾ ਖਾਤਮਾ।
ਗੁਰੂ ਜੀ ਨੇ ਬਾਲੇ ਤੇ ਮਰਦਾਨੇ ਨੂੰ ਏਕਤਾ ਦੇ ਚਿੰਨ੍ਹ ਬਣਾ ਕੇ ਸਾਰੇ ਮਨੁੱਖਾਂ ਨੂੰ ਇੱਕ ਨੂਰ ਦਾ ਚਮਤਕਾਰ ਦੱਸਿਆ ਤੇ ਜ਼ਿੰਦਗੀ ਵਿੱਚੋਂ ਊਚ ਨੀਚ ਦਾ ਖਾਤਮਾ ਕਰਨ ਦਾ ਯਤਨ ਕੀਤਾ। ਅਨੇਕ ਦੇਵੀ ਦੇਵਤਿਆਂ ਦੀ ਥਾਂ ਇੱਕ ਅਕਾਲ ਪੁਰਖ। ਉਸ ਸਮੇਂ ਦੀ ਹਾਰੀ ਹੋਈ ਜ਼ਿੰਦਗੀ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੇ ਝਿਓਲੇ ਪੈਂਦੇ ਸਨ। ਇਹਨਾਂ ਝਿਓਲਿਆਂ ਤੋਂ ਉਤਾਂਹ ਗੁਰੂ ਨਾਨਕ ਨੇ ਜ਼ਿੰਦਗੀ ਦੀ ਅਟੁੱਟ ਏਕਤਾ ਨੂੰ ਅਕਾਲ ਪੁਰਖ ਦਾ ਨਾਂ ਦਿੱਤਾ ਤੇ ਪੰਜਾਬੀਆਂ ਵਿੱਚ ਤੌਹੀਦ ਪ੍ਰਸਤ ਹਮਲਾਵਰਾਂ ਦੇ ਮੁਕਾਬਲੇ ਦੀ ਸ਼ਕਤੀ ਪੈਦਾ ਕੀਤੀ। ਇਸਤਰੀ ਨੂੰ ਮਰਦ ਦੇ ਬਰਾਬਰ ਦਰਜਾ ਦੇਣਾ। ਗੁਰੂ ਜੀ ਨੇ ਸਮਾਜ ਵਿੱਚ ਦਬੀ ਹੋਈ ਤੇ ਨੀਵੀਂ ਸਮਝੀ ਜਾਂਦੀ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਤੇ ਇਸ ਤਰ੍ਹਾਂ ਕਮਜ਼ੋਰ ਹੋਏ ਭਾਈਚਾਰੇ ਨੂੰ ਮੁੜ ਮਜ਼ਬੂਤ ਕੀਤਾ। ਕਿਰਤ ਕਰਨ ਤੇ ਹੱਸਦਿਆਂ ਖੇਡਦਿਆਂ ਮੁਕਤ ਹੋਣ ਦਾ ਸੰਦੇਸ਼। ਜਦੋਂ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਤਾਂ ਪੰਜਾਬ ਦੀ ਰੂਹ ਕਰੋੜਾਂ ਦੇਵੀ ਦੇਵਤਿਆਂ, ਨਰਕਾਂ ਸਵਰਗਾਂ, ਬਾਨਪ੍ਰਸਤੀ, ਬ੍ਰਹਮਚਾਰੀਆਂ, ਸਾਧਾਂ, ਫਕੀਰਾਂ ਤੇ ਕਬਰਾਂ ਮੜੀਆਂ ਦੇ ਭਾਰ ਹੇਠ ਸਾਹ ਤੋੜ ਰਹੀ ਸੀ। ਗੁਰੂ ਜੀ ਨੇ ਕਿਰਤ ਨੂੰ ਜੀਵਨ ਦੀ ਪੂਰਨਤਾ ਦੱਸਦਿਆਂ ਹੱਸਦਿਆਂ ਖੇਡਦਿਆਂ ਮੁਕਤ ਹੋਣ ਦਾ ਸੰਦੇਸ਼ ਦਿੱਤਾ। ਆਪਣੀ ਬੋਲੀ ਵਿੱਚ ਇੱਕ ਅਕਾਲ ਪੁਰਖ ਅੱਗੇ ਪ੍ਰਾਰਥਨਾ ਦਾ ਰਿਵਾਜ ਚਲਾਇਆ। ਮਲਕ ਭਾਗੂਆਂ ਦੇ ਮੁਕਾਬਲੇ ਭਾਈ ਲਾਲੋਆਂ ਨੂੰ ਪਹਿਲ ਦੇ ਕੇ ਕੰਮ ਨੂੰ ਜ਼ਿੰਦਗੀ ਦਾ ਸਰਤਾਜ ਦੱਸਿਆ। ਕਰਮ ਕਾਂਡ ਦਾ ਖੰਡਨ। ਗੁਰੂ ਜੀ ਨੇ ਰਸਮੀ ਮਜ਼ਹਬ ਦੇ ਗੋਰਖ ਧੰਦੇ ਦੇ ਵਿਰੁੱਧ ਇਨਕਲਾਬੀ ਨਾਅਰਾ ਲਾਇਆ ਤੇ ਅੱਜ ਇਨਕਲਾਬ ਦੁਨੀਆ ਭਰ ਦੇ ਮਜ਼ਲੂਮ ਲੋਕਾਂ ਦੀ ਤੜਫ ਬਣ ਗਿਆ ਹੈ। ਗੁਰੂ ਜੀ ਦੇਸ਼ ਦੇ ਕੋਨੇ-ਕੋਨੇ ਵਿੱਚ ਘੁੰਮੇ ਪਰ ਉਹਨਾਂ ਮੰਦਰ ਤੇ ਧਰਮਸ਼ਾਲਾਵਾਂ ਸਥਾਪਿਤ ਨਹੀਂ ਕੀਤੀਆਂ ਤਾਂ ਕਿ ਉਹਨਾਂ ਦਾ ਸੰਦੇਸ਼ ਫਿਰਕੂ ਰੂਪ ਨਾ ਧਾਰ ਜਾਵੇ। ਉਹਨਾਂ ਮੰਦਰਾਂ, ਮਸਜਿਦਾਂ, ਤੀਰਥਾਂ ਅਤੇ ਮੱਠਾਂ ਵਿੱਚ ਜਾ ਕੇ ਧਰਮ ਆਗੂਆਂ ਨਾਲ ਬਹਿਸਾਂ ਕੀਤੀਆਂ ਤੇ ਪੰਜਾਬ ਦੇ ਖੜੇ ਪਾਣੀਆਂ ਵਿੱਚ ਹਰਕਤ ਲਿਆਂਦੀ। ਉਹਨਾਂ ਹਾਲੀ ਨੂੰ ਕਿਹਾ ਕਿ ਉਹਨਾਂ ਦੀ ਵਾਹੀ ਹੀ ਬੰਦਗੀ ਹੈ। ਉਹ ਖੇਤਾਂ ਵਿੱਚ ਸਿਆੜ ਨਹੀਂ ਕੱਢ ਰਹੇ ਸਗੋਂ ਵੇਦ ਸ਼ਾਸਤਰ ਲਿਖ ਰਹੇ ਸਨ। ਜਨੇਊ, ਸਮਾਜ, ਰੋਜ਼ੇ, ਬਹਿਸ਼ਤ, ਬ੍ਰਹਮਾ ਵਿਸ਼ਨੂੰ ਮਹੇਸ਼, ਪਿੰਡ, ਕਿਰਿਆ, ਦੇਵੀ ਦੇਵ, ਨਰਕ ਸਵਰਗ, ਪੂਜਾ ਪਾਠ ਕਿਸੇ ਬਾਰੇ ਵੀ ਕੋਈ ਭੁਲੇਖਾ ਗੁਰੂ ਜੀ ਦੀ ਸਿੱਖਿਆ ਵਿੱਚ ਮੌਜੂਦ ਨਹੀਂ। ਉਹਨਾਂ ਕੰਮ ਨੂੰ ਜ਼ਿੰਦਗੀ ਦਾ ਅਸਲ ਰਾਹ ਦੱਸਿਆ। ਉਹਨਾਂ ਕੰਮ ਨੂੰ ਕਾਬੇ, ਸੱਚ ਨੂੰ ਖੰਡ ਤੇ ਦਿਲ ਦੀ ਮਿਹਰਬਾਨੀ ਨੂੰ ਕਲਮੇ ਦਾ ਰੁਤਬਾ ਦੱਸਿਆ। ਸਮਕਾਲੀ ਜ਼ਿੰਦਗੀ ਦੀ ਹੋਣੀਆਂ ਭਰੀ ਲਹਿਰ। ਗੁਰੂ ਨਾਨਕ ਦੇਵ ਜੀ ਕਿਸੇ ਅਲੌਕਿਕ ਸੁਨੇਹੇ ਦੇ ਕਾਸਦ ਜਾਂ ਪ੍ਰਚਾਰਕ ਨਹੀਂ ਸਨ। ਉਹ ਸਮਕਾਲੀ ਜ਼ਿੰਦਗੀ ਦੀ ਹੋਣੀਆਂ ਭਰੀ ਇੱਕ ਲਹਿਰ ਸਨ। ਬਾਦਸ਼ਾਹ ਨੇ ਉਹਨਾਂ ਨੂੰ ਕੈਦ ਕੀਤਾ, ਅਮੀਰਾਂ ਨੇ ਉਹਨਾਂ ਉੱਤੇ ਊਜਾਂ ਲਾਈਆਂ, ਮੂਰਖਾਂ ਨੇ ਉਹਨਾਂ ਦੇ ਵੱਟੇ ਮਾਰੇ, ਪਰ ਉਹਨਾਂ ਇੱਕ ਮਨੁੱਖ ਦੀ ਆਯੂ ਵਿੱਚ ਪੰਜਾਬ ਦਾ ਜੀਵਨ ਬਦਲ ਦਿੱਤਾ ਤੇ ਸਾਰੇ ਮੁਲਕ ਵਿੱਚ ਨਵੀਆਂ ਪਰੰਪਰਾਵਾਂ ਜਗਾ ਦਿੱਤੀਆਂ। ਉਹਨਾਂ ਦੀ ਬਾਣੀ ਉਸ ਸਮੇਂ ਦੀ ਦਲੇਰ ਆਵਾਜ਼ ਸੀ। ਉਹਨਾਂ ਦਾ ਜੀਵਨ ਗਲਤ ਹਕੂਮਤ, ਗਲਤ ਮਜ਼ਹਬ ਤੇ ਗਲਤ ਭਾਈਚਾਰੇ ਦੇ ਖਿਲਾਫ ਬਗਾਵਤ ਸੀ। ਉਹਨਾਂ ਬੁੱਤ ਪੂਜਾ ਤੇ ਤੀਰਥਾਂ ਵਿੱਚ ਵਿਸ਼ਵਾਸ ਰੱਖਦੀ ਤੇ ਰਾਜਿਆਂ ਨੂੰ ਰੱਬ ਦਾ ਰੂਪ ਮੰਨਦੀ ਖਲਕਤ ਨੂੰ ਸਵੈਮਾਨ ਦੀ ਸਿੱਖਿਆ ਦੇ ਕੇ ਰੋਜ਼ਾਨਾ ਜ਼ਿੰਦਗੀ ਦੀ ਕਰਾਮਾਤ ਦਾ ਵਿਸ਼ਵਾਸ ਦੁਆਇਆ। ਇਹ ਗੁਰੂ ਨਾਨਕ ਦੀ ਸਿੱਖਿਆ ਦਾ ਅਸਰ ਹੀ ਹੈ ਕਿ ਪੰਜਾਬ ਵਿੱਚ ਛੂਤ-ਛਾਤ ਦੇ ਵਹਿਮ ਭਰਮ ਘੱਟ ਹਨ। ਭਾਵੇਂ ਮਗਰੋਂ ਬਹੁਤੇ ਸ਼ਰਧਾਲੂਆਂ ਨੇ ਉਹਨਾਂ ਨੂੰ ਉਚੇਚਾ ਆਪਣਾ ਗੁਰੂ ਮੰਨ ਕੇ ਇੱਕ ਸ਼ਾਨਦਾਰ ਨਵੇਂ ਪੰਥ ਦੀ ਉਸਾਰੀ ਕਰ ਲਈ, ਪਰ ਗੁਰੂ ਨਾਨਕ ਦੀ ਸਿੱਖਿਆ ਦਾ ਅਸਰ ਸਾਰੇ ਪੰਜਾਬ ਉੱਤੇ ਪ੍ਰਤੱਖ ਹੈ, ਜਿਸ ਕਰਕੇ 1947 ਵਿੱਚ ਆਪਣੇ ਉੱਤੇ ਟੁੱਟੀ ਬਿਜਲੀ ਦਾ ਇੱਥੋਂ ਦੇ ਲੋਕਾਂ ਨੇ ਹੌਸਲੇ ਨਾਲ ਮੁਕਾਬਲਾ ਕਰਕੇ ਆਪਣੇ ਜੀਵਨਾਂ ਨੂੰ ਮੁੜ ਉਸਾਰ ਲਿਆ। ਇਹ ਗੁਰੂ ਨਾਨਕ ਨੇ ਕਿਰਤ ਕਮਾਈ ਤੇ ਵੰਡ ਛਕਣ ਦੇ ਸੁਨੇਹੇ ਦੀ ਹੀ ਬਰਕਤ ਹੈ। ਸਾਂਝੀਵਾਲਤਾ। ਗੁਰੂ ਜੀ ਨੇ ਜਿਸ ਸਾਂਝੀਵਾਲਤਾ, ਮਨੁੱਖੀ ਸਮਾਨਤਾ, ਕੰਮ ਦੀ ਉੱਚਤਾ ਤੇ ਮਨੁੱਖ ਦੀ ਏਕਤਾ ਦੇ ਬੀਜ ਪੰਜਾਬ ਦੀ ਧਰਤੀ ਉੱਤੇ ਖਿਲਾਰੇ ਹਨ,
ਉਹ ਹੁਣ ਫੁੱਟੇ ਪੁੰਗਰੇ ਤੇ ਨਿਸਰੇ ਹਨ। ਉਹਨਾਂ ਨੂੰ ਸਿੱਟੇ ਪੈਣਗੇ ਤੇ ਸਾਰੀ ਧਰਤੀ ਸੁਨਹਿਰੀ ਹੋ ਜਾਵੇਗੀ। ਮਲਕ ਭਾਗੋ ਖਤਮ ਹੋ ਜਾਣਗੇ ਤੇ ਹਰ ਕਾਮੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣਗੀਆਂ। ਅਮਲ ਤੇ ਸੱਚ ਦੀ ਮਹਾਨਤਾ। ਗੁਰੂ ਜੀ ਨੇ ਕਾਮੇ ਨੂੰ ਅਮਲ ਤੇ ਸੱਚ ਦਾ ਸਹਾਰਾ ਲੈਣ ਦਾ ਉਪਦੇਸ਼ ਦਿੱਤਾ। ਕਾਮੇ ਕਿਸਾਨਾਂ ਨੂੰ ਜਿੰਨੀ ਗੁਰੂ ਜੀ ਨੇ ਤਸੱਲੀ ਦਿੱਤੀ, ਐਨੀ ਪਹਿਲਾਂ ਕਿਸੇ ਰਹਿਬਰ ਨੇ ਘੱਟ ਹੀ ਦਿੱਤੀ ਹੋਵੇਗੀ। ਕਾਮਿਆਂ ਦੀ ਮੁਸ਼ੱਕਤ ਭਰੀ ਜ਼ਿੰਦਗੀ ਨੂੰ ਹਰ ਕੋਈ ਅੱਗੇ ਪਿੱਛੇ ਦੀਆਂ ਆਸਾਂ ਨਾਲ ਹੋਰ ਗੁੰਝਲਦਾਰ ਬਣਾਈ ਰੱਖਦਾ ਸੀ। ਪਹਿਲਾਂ ਕੰਮ ਨੂੰ ਇਬਾਦਤ ਤੇ ਰਾਹ ਵਿੱਚ ਅੜਿੱਚਨ ਸਮਝ ਕੇ ਤਿਆਗ ਤੇ ਸਮਾਧੀ ਨੂੰ ਹੀ ਆਦਰਸ਼ ਖਿਆਲ ਕੀਤਾ ਜਾਂਦਾ ਸੀ। ਪਰ ਗੁਰੂ ਜੀ ਨੇ ਦਿਆਨਤਦਾਰੀ ਭਰੀ ਪਦਾਰਥਕ ਉੱਨਤੀ ਨੂੰ ਉੱਚਾ ਦਰਜਾ ਦਿੱਤਾ ਤੇ ਧੰਨੇ ਭਗਤ ਦੇ ਸ਼ਬਦਾਂ ਵਿੱਚ ਕਿਹਾ, ਭੁੱਖੇ ਭਗਤ ਨਾ ਕੀਜੇ, ਯਹ ਮਾਲਾ ਆਪਣੀ ਲੀਜੇ। ਇਹ ਕਿਸੇ ਭਗਤ ਦੀ ਘੜੀ ਪਲ ਦਾ ਰੌਂ ਨਹੀਂ, ਸਗੋਂ ਇਹ ਜਨ ਸਧਾਰਨ ਦੀ ਜ਼ਿੰਦਗੀ ਦੇ ਵਸੀਲਿਆਂ ਉੱਤੇ ਜੋਰੀ ਕਬਜ਼ਾ ਰੱਖਣ ਵਾਲਿਆਂ ਦੇ ਖਿਲਾਫ ਬਗਾਵਤ ਦਾ ਅਚੇਤ ਜਿਹਾ ਆਰੰਭ ਹੈ ਤੇ ਅੱਜ ਇਹ ਬਗਾਵਤ ਅੱਧੀ ਦੁਨੀਆ ਵਿੱਚ ਫੈਲ ਚੁੱਕੀ ਹੈ। ਗੁਰੂ ਜੀ ਨੇ ਕਿਰਤੀਆਂ ਕਿਸਾਨਾਂ ਨੂੰ ਸਭ ਨੂੰ ਖੁਆਉਣ ਵਾਲੇ ਦੱਸਿਆ ਤੇ ਕਿਹਾ ਕਿ ਉਪਜਾਊ ਕੰਮ ਸਭ ਤੋਂ ਵੱਡਾ ਗੁਣ ਹੈ। ਰਾਜੇ ਤੇ ਮਾਲਕ ਮਨੁੱਖਤਾ ਨਹੀਂ, ਸਗੋਂ ਜਨ ਸਧਾਰਨ ਮਨੁੱਖਤਾ ਹੈ। ਉਹਨਾਂ ਸਾਂਝੀ ਅਮੀਰੀ ਵਿੱਚ ਮੁਕਤੀ ਦੱਸੀ ਤੇ ਕਿਹਾ ਕਿ ਗਰੀਬੀ ਦੇ ਦਲਿੱਦਰ ਸਭ ਪ੍ਰਕਾਰ ਦੀ ਬਦ ਇਖਲਾਕੀ ਦੇ ਸੋਮੇ ਹਨ। ਉਹਨਾਂ ਚੰਗੀ ਕਰਨੀ ਨੂੰ ਸਭ ਤੋਂ ਵੱਡੀ ਪੂਜਾ ਦੱਸਿਆ ਤੇ ਕਿਹਾ ਕਿ ਪਰਾਏ ਹੱਕ ਨੂੰ ਮੋੜੇ ਬਿਨਾਂ ਕੋਈ ਹੱਕ ਨੂੰ ਮਾਣ ਨਹੀਂ ਸਕਦਾ। ਗੁਰੂ ਜੀ ਨੇ ਜ਼ਿੰਦਗੀ ਦੀਆਂ ਇਹਨਾਂ ਬੁਨਿਆਦੀ ਕੀਮਤਾਂ ਉੱਤੇ ਉਸ ਸਮੇਂ ਜ਼ੋਰ ਦਿੱਤਾ ਜਿਸ ਸਮੇਂ ਰਸਮੀ ਮਰਿਆਦਾ ਦੇ ਖਿਲਾਫ ਇੱਕ ਸ਼ਬਦ ਬੋਲਣ ਵਾਲੇ ਨੂੰ ਭੂਤਨਾ ਤੇ ਬੇਤਾਲਾ ਕਿਹਾ ਜਾਂਦਾ ਸੀ ਤੇ ਕੁਰਾਈਆਂ ਕਹਿ ਕੇ ਢੀਮਾਂ ਮਾਰੀਆਂ ਜਾਂਦੀਆਂ ਹਨ। ਗੁਰੂ ਜੀ ਦਾ ਸਿੱਖ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਜੇਕਰ ਉਹਨਾਂ ਦੇ ਸਿੱਖ ਦਾ ਅਨੁਮਾਨ ਲਾਈਏ ਤਾਂ ਇਹ ਚਿੱਤਰ ਸਾਹਮਣੇ ਉੱਭਰਦਾ ਹੈ। ਗੁਰੂ ਜੀ ਦਾ ਸਿੱਖ ਜਨੇਊ ਨਹੀਂ ਪਾਉਂਦਾ, ਬੁੱਤ ਨਹੀਂ ਪੂਜਦਾ ਤੇ ਠਾਕੁਰ ਦੁਆਰਿਆਂ ਦੇ ਤੇ ਸ਼ਿਵ ਦੁਆਰਿਆਂ ਨਾਲ ਉਸਦਾ ਸੰਬੰਧ ਨਹੀਂ। ਉਹ ਗੰਗਾ ਫੁੱਲ ਰੋੜਨ ਨਹੀਂ ਜਾਂਦਾ, ਦੇਵੀ ਦੇਵਤਿਆਂ, ਵੈਦ ਕਿਤੇਬ ਤੇ ਜਾਤ ਪਾਤ ਨੂੰ ਨਹੀਂ ਮੰਨਦਾ। ਉਹ ਨਿਰਮਾਨ ਹੋ ਕੇ ਰਹਿੰਦਾ ਹੈ ਤੇ ਉਸਦੇ ਵਿਸ਼ਵਾਸਾਂ ਵਿੱਚ ਕੋਈ ਗੁੰਝਲ ਨਹੀਂ। ਵਾਹਿਗੁਰੂ ਦਾ ਧਿਆਨ। ਵਾਹਿਗੁਰੂ ਦਾ ਧਿਆਨ ਗੁਰੂ ਜੀ ਲਈ ਸਾਂਝੀਵਾਲਤਾ ਦੀ ਬੁਨਿਆਦੀ ਕਲਪਨਾ ਸੀ। ਉਹ ਵਾਹਿਗੁਰੂ ਨੂੰ ਇੱਕ ਅਟਲ ਸੱਚਾਈ ਮੰਨਦੇ ਸਨ ਜੋ ਕਿਸੇ ਦੇ ਆਖਣ ਨਾਲ ਵੱਡੀ ਜਾਂ ਛੋਟੀ ਹੁੰਦੀ ਹੈ। ਉਹ ਨਾ ਖੁਸ਼ਾਮਦ ਨਾਲ ਖੁਸ਼ ਹੁੰਦੀ ਹੈ ਤੇ ਨਾ ਹੀ ਇਨਕਾਰ ਕੀਤਿਆਂ ਨਾਰਾਜ਼ ਹੁੰਦੀ ਹੈ। ਉਹਨਾਂ ਸਭ ਨੂੰ ਹੱਸਦਿਆਂ, ਪੈਂਦਿਆਂ ਤੇ ਖੇਲਦਿਆਂ ਜੀਵਨ ਸਫਲ ਕਰਨ ਦੀ ਜਾਂਚ ਦੱਸੀ ਤੇ ਕਰਨੀ ਨੂੰ ਮੂਲ ਪ੍ਰੀਖਿਆ ਆਖਿਆ। ਉਹਨਾਂ ਰੱਬ ਦੇ ਨਾਂ ਉੱਤੇ ਗੁੰਦੀਆਂ ਫਾਹੀਆਂ ਨੂੰ ਖੋਲ੍ਹ ਕੇ ਜੀਵਨ ਦਾ ਡਰ ਦੂਰ ਕੀਤਾ। ਜਿਹੜਾ ਕੋਈ ਗੁਰੂ ਜੀ ਦੀ ਸਿੱਖਿਆ ਵਿੱਚੋਂ ਜ਼ਿੰਦਗੀ ਤੋਂ ਵੱਖਰੇ ਕਿਸੇ ਜਪ ਤਪ ਦੇ ਇਸ਼ਾਰੇ ਪੜ੍ਹਦਾ ਹੈ, ਉਹ ਜ਼ਿੰਦਗੀ ਨੂੰ ਫਿਰ ਉਸੇ ਖੁੱਬਣ ਵਿੱਚ ਫਸਾਉਂਦਾ ਹੈ ਜਿਸ ਵਿੱਚੋਂ ਗੁਰੂ ਜੀ ਨੇ ਕੱਢਿਆ ਸੀ। ਗੁਰੂ ਜੀ ਨੇ ਨਾਥਾਂ, ਪੀਰਾਂ, ਫਕੀਰਾਂ, ਸਿੱਧਾਂ ਤੇ ਬ੍ਰਹਮਚਾਰੀਆਂ ਨਾਲ ਬਹਿਸ ਕਰਕੇ ਵਾਰ-ਵਾਰ ਇਹ ਗੱਲ ਸਮਝਾਈ ਕਿ ਤਪ ਸਮਾਧੀਆਂ ਤੇ ਉਚੇਚੀਆਂ ਮਿਹਰਾਂ ਦਾ ਹੰਕਾਰ ਟੁੱਟੇ ਬਿਨਾਂ ਸੱਚ ਨਹੀਂ ਲੱਭ ਸਕਦਾ। ਹੋਣੀ ਨੂੰ ਵੰਗਾਰ। ਗੁਰੂ ਜੀ ਤੋਂ ਪਹਿਲਾਂ ਲੋਕ ਹੋਣੀ ਨੂੰ ਰੱਬ ਦਾ ਭਾਣਾ ਮੰਨ ਕੇ ਜਰਦੇ ਤੇ ਹੋਣੀ ਵਿਰੁੱਧ ਗਿਲਾ ਜਾਂ ਯਤਨ ਕਰਨ ਨੂੰ ਔਗੁਣ ਮੰਨਦੇ ਸਨ। ਪਰ ਗੁਰੂ ਜੀ ਨੇ ਇਸ ਪ੍ਰਚਲਿਤ ਮਤ ਦਾ ਵਿਰੋਧ ਕੀਤਾ। ਇਸ ਪ੍ਰਕਾਰ ਗੁਰੂ ਜੀ ਨੇ ਢਾਡੀਆਂ ਦੀ ਧੱਕੇਸ਼ਾਹੀ ਤੇ ਬੇਇਨਸਾਫੀ ਨੂੰ ਜਰਨ ਦੀ ਥਾਂ ਉਸਨੂੰ ਦੂਰ ਕਰਨਾ ਮਨੁੱਖ ਦਾ ਧਰਮ ਦੱਸਿਆ। ਆਪ ਹਿੰਦੁਸਤਾਨ ਨੂੰ ਕਸਾਈ ਰਾਜਿਆਂ, ਖੋਟੇ ਵਜ਼ੀਰਾਂ ਤੇ ਗੁਫਾਵਾਂ ਭੋਰਿਆਂ ਵਿੱਚ ਵੜੇ ਤਿਆਗੀਆਂ ਦਾ ਦੇਸ਼ ਬਣਾਇਆ ਨਹੀਂ ਸੀ ਦੇਖਣਾ ਚਾਹੁੰਦੇ, ਸਗੋਂ ਅਜਿਹਾ ਦੇਸ਼ ਦੇਖਣਾ ਚਾਹੁੰਦੇ ਸਨ ਜਿੱਥੇ ਜਨਤਾ ਦੂਜੇ ਦੇ ਹੱਕਾਂ ਦੀ ਜਾਮਨ ਹੱਸਦੀ ਖੇਡਦੀ, ਖਾਂਦੀ ਪੈਂਦੀ ਤੇ ਦੁਨੀਆ ਵਿੱਚ ਸਤਿਕਾਰੀ ਜਾਂਦੀ ਹੋਵੇ। ਜੇਕਰ ਅਸੀਂ ਗੁਰੂ ਜੀ ਦੀ ਸਿੱਖਿਆ ਅਨੁਸਾਰ ਪਰਾਏ ਹੱਕ ਨੂੰ ਮੋੜਨ ਉੱਤੇ ਜ਼ੋਰ ਦੇਈਏ ਤਾਂ ਸਾਡੇ ਹੱਕ ਵੀ ਸਾਨੂੰ ਮਿਲ ਜਾਣਗੇ। ਫਿਰ ਅਮਨ ਵੀ ਹੋ ਜਾਵੇਗਾ,
ਜੇ ਅਸੀਂ ਅੱਖਾਂ ਮਿਟ ਕੇ ਭਗਤੀ ਕਰਨ ਦੀ ਥਾਂ ਧੰਨੇ ਭਗਤ ਵਾਂਗੂ ਚੰਗਾ ਖਾਣ ਪੀਣ ਤੇ ਜੀਵਨ ਪ੍ਰਾਪਤ ਕਰਨ ਲਈ ਧਰਤੀ ਦੀ ਦੌਲਤ ਅਤੇ ਆਪਣੇ ਹੱਥਾਂ ਦੀ ਮਿਹਨਤ ਦੋਵੇਂ ਸਾਂਝੀਆਂ ਕਰ ਲਈਏ, ਰਲ ਕਮਾਈਏ, ਵੰਡ ਛਕੀਏ, ਹੱਸੀਏ ਪੈਨੀਏ, ਖੇਡੀਏ ਤੇ ਹਰ ਹੋਣੀ ਲਈ ਮਜ਼ਬੂਤ ਹੁੰਦੇ ਜਾਈਏ ਤਾਂ ਹਰ ਪਾਸੇ ਖੁਸ਼ਹਾਲੀ ਵਰਤ ਜਾਵੇਗੀ। ਸੱਚਾ ਸਿਮਰਨ। ਗੁਰੂ ਜੀ ਅਨੁਸਾਰ ਕਿਸੇ ਕੌਮ ਦਾ ਸਾਂਝੀ ਖੁਸ਼ੀ ਲਈ ਸਾਂਝੀਆਂ ਘਾਲਾਂ ਘਲਣਾ ਅਤੀ ਉੱਤਮ ਅਤੇ ਅਤੀ ਸੱਚ ਸਿਮਰਨ ਹੈ। ਸਾਂਝੀ ਖੁਸ਼ੀ ਲਈ ਸਾਂਝੀਆਂ ਘਾਲਾਂ ਵਿੱਚ ਅਤੀ ਉੱਚੇ ਮਨੁੱਖ ਇਕਲਾਖ ਦੀ ਜ਼ਰੂਰਤ ਹੈ। ਗੁਰੂ ਨਾਨਕ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ? ਗੁਰੂ ਨਾਨਕ ਨਿਬੰਧ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਇਸ ਦਾ ਵਿਸ਼ਾ ਵਸਤੂ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ, ਵਿਚਾਰਧਾਰਾ ਤੇ ਸਿੱਖਿਆ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨਾ ਹੈ। ਲੇਖਕ ਦੱਸਦਾ ਹੈ ਕਿ ਗੁਰੂ ਜੀ ਇੱਕ ਅਸਲ ਮਹਾਂਪੁਰਖ ਸਨ, ਕਿਉਂਕਿ ਮਹਾਂਪੁਰਖ ਦੀ ਪਛਾਣ ਇਹ ਹੈ ਕਿ ਉਸਦਾ ਜੀਵਨ ਆਲੇ ਦੁਆਲੇ ਦੀ ਕਾਇਆ ਪਲਟ ਦਿੰਦਾ ਹੈ। ਮਹਾਂਪੁਰਖ ਬਿਮਾਰ ਜ਼ਿੰਦਗੀ ਨੂੰ ਵਰਚਾਉਂਦੇ ਨਹੀਂ, ਸਗੋਂ ਉਸਦੀਆਂ ਪੀੜਾਂ ਤੇ ਘਾਟਾਂ ਦੀ ਨਬਜ਼ ਟੋਹ ਕੇ ਸਿਹਤ ਤੇ ਖੁਸ਼ਹਾਲੀ ਦਾ ਰਾਹ ਦਿਖਾਉਂਦੇ ਹਨ। ਉਹਨਾਂ ਦੀ ਹੋਂਦ ਆਲੇ ਦੁਆਲੇ ਦੀ ਜ਼ਿੰਦਗੀ ਵਿੱਚ ਇਨਕਲਾਬ ਦੀ ਕਹਾਣੀ ਹੁੰਦੀ ਹੈ। ਜਦੋਂ 15ਵੀਂ ਸਦੀ ਵਿੱਚ ਗੁਰੂ ਜੀ ਦਾ ਜਨਮ ਹੋਇਆ ਤਾਂ ਹਿੰਦੁਸਤਾਨ ਬਾਹਰਲੇ ਹਮਲਿਆਂ ਦਾ ਲਿਤਾੜਿਆ ਹੋਇਆ ਸੀ। ਗੁਰੂ ਜੀ ਹਿੰਦੂਆਂ ਮੁਸਲਮਾਨਾਂ ਦੇ ਸਾਂਝੇ ਗੁਰੂ ਸਨ। ਉਹਨਾਂ ਬਾਲੇ ਤੇ ਮਰਦਾਨੇ ਨੂੰ ਏਕਤਾ ਦਾ ਚਿੰਨ੍ਹ ਬਣਾ ਕੇ ਸਾਰੇ ਮਨੁੱਖਾਂ ਨੂੰ ਇੱਕ ਨੂਰ ਦਾ ਚਮਤਕਾਰ ਦੱਸਿਆ ਤੇ ਜ਼ਿੰਦਗੀ ਵਿੱਚੋਂ ਊਚ ਨੀਚ ਦਾ ਖਾਤਮਾ ਕੀਤਾ। ਉਸ ਸਮੇਂ ਹਾਰੀ ਹੋਈ ਜ਼ਿੰਦਗੀ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੇ ਝਾਉਲੇ ਪੈਂਦੇ ਸਨ। ਇਹਨਾਂ ਝਾਉਲਿਆਂ ਤੋਂ ਉੱਪਰ ਗੁਰੂ ਜੀ ਨੇ ਜ਼ਿੰਦਗੀ ਦੀ ਅਟੁੱਟ ਏਕਤਾ ਨੂੰ ਅਕਾਲ ਪੁਰਖ ਦਾ ਨਾਂ ਦਿੱਤਾ ਤੇ ਪੰਜਾਬੀਆਂ ਵਿੱਚ ਤੌਹੀਦ ਪ੍ਰਸਤ ਹਮਲਾਵਰਾਂ ਦੇ ਮੁਕਾਬਲੇ ਦੀ ਸ਼ਕਤੀ ਪੈਦਾ ਕੀਤੀ। ਆਪ ਨੇ ਸਮਾਜ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਤੇ ਕਿਰਤ ਨੂੰ ਜੀਵਨ ਦੀ ਪੂਰਨਤਾ ਦੱਸਦਿਆਂ ਹੱਸਦਿਆਂ ਖੇਡਦਿਆਂ ਮੁਕਤ ਹੋਣ ਦਾ ਸੰਦੇਸ਼ ਦਿੱਤਾ। ਆਪ ਨੇ ਆਪਣੀ ਬੋਲੀ ਵਿੱਚ ਪ੍ਰਾਰਥਨਾ ਦਾ ਰਿਵਾਜ ਚਲਾਇਆ ਤੇ ਮਲਕ ਭਾਗੂਆਂ ਦੇ ਮੁਕਾਬਲੇ ਭਾਈ ਲਾਲੋਆਂ ਨੂੰ ਪਹਿਲ ਦੇ ਕੇ ਕੰਮ ਨੂੰ ਜ਼ਿੰਦਗੀ ਦਾ ਸਰਤਾਜ ਦੱਸਿਆ। ਆਪ ਨੇ ਰਸਮੀ ਮਜ਼ਹਬ ਦੇ ਗੋਰਖ ਧੰਦੇ ਦੇ ਵਿਰੁੱਧ ਇਨਕਲਾਬੀ ਨਾਅਰਾ ਲਾਇਆ। ਉਹਨਾਂ ਕੰਮ ਨੂੰ ਜ਼ਿੰਦਗੀ ਦਾ ਅਸਲ ਰਾਹ ਦੱਸਿਆ। ਲੇਖਕ ਅਨੁਸਾਰ ਗੁਰੂ ਸਾਹਿਬ ਕਿਸੇ ਅਲੌਕਿਕ ਸਨੇਹ ਦੇ ਸਾਧਕ ਜਾਂ ਪ੍ਰਚਾਰਕ ਨਹੀਂ ਸਨ, ਸਗੋਂ ਉਹ ਸਮਕਾਲੀ ਜੀਵਨ ਦੀ ਹੋਣੀਆਂ ਭਰੀ ਇੱਕ ਲਹਿਰ ਸਨ। ਆਪ ਨੇ ਪੰਜਾਬ ਦਾ ਜੀਵਨ ਬਦਲ ਦਿੱਤਾ ਤੇ ਸਾਰੇ ਮੁਲਕ ਵਿੱਚ ਨਵੀਆਂ ਪ੍ਰੇਰਨਾਵਾਂ ਜਗਾ ਦਿੱਤੀਆਂ। ਉਹਨਾਂ ਦੀ ਬਾਣੀ ਵਿੱਚ ਸਮੇਂ ਦੀ ਦਲੇਰ ਆਵਾਜ਼ ਸੀ। ਉਹਨਾਂ ਦਾ ਜੀਵਨ ਗਲਤ ਹਕੂਮਤ, ਗਲਤ ਮਜ਼ਹਬ ਤੇ ਗਲਤ ਭਾਈਚਾਰੇ ਦੇ ਖਿਲਾਫ ਇੱਕ ਬਗਾਵਤ ਸੀ। ਉਹ ਬੁੱਤ ਪੂਜਾ ਵਿੱਚ ਵਿਸ਼ਵਾਸ ਰੱਖਦੀ ਤੇ ਰਾਜਿਆਂ ਨੂੰ ਰੱਬ ਦਾ ਰੂਪ ਮੰਨਦੀ ਖਲਕਤ ਨੂੰ ਸਵੈ ਮਾਨ ਦੀ ਸਿੱਖਿਆ ਦੇ ਕੇ ਰੋਜ਼ਾਨਾ ਜ਼ਿੰਦਗੀ ਦੀ ਕਰਾਮਾਤ ਦਾ ਵਿਸ਼ਵਾਸ ਦੁਆਇਆ। ਜਿਸ ਕਰਕੇ ਪੰਜਾਬ ਵਿੱਚੋਂ ਛੂਤ-ਛਾਤ ਤੇ ਵਹਿਮ ਭਰਮ ਘਟ ਗਏ ਤੇ ਪੰਜਾਬੀ ਕਿਰਤ ਕਮਾਈ ਤੇ ਵੰਡ ਛਕਣ ਦੇ ਰਸਤੇ ਉੱਤੇ ਤੁਰਦੇ ਹੋਏ ਹਰ ਔਕੜ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ। ਗੁਰੂ ਜੀ ਨੇ ਸਾਂਝੀਵਾਲਤਾ, ਮਨੁੱਖੀ ਸਮਾਨਤਾ, ਕੰਮ ਦੀ ਉੱਚਤਾ ਤੇ ਮਨੁੱਖ ਦੀ ਏਕਤਾ ਦੇ ਬੀਜ ਪੰਜਾਬ ਦੀ ਧਰਤੀ ਉੱਪਰ ਖਿਲਾਰ ਦਿੱਤੇ। ਵਾਹਿਗੁਰੂ ਦਾ ਧਿਆਨ ਉਹਨਾਂ ਲਈ ਸਾਂਝੀਵਾਲਤਾ ਦੀ ਬੁਨਿਆਦੀ ਕਲਪਨਾ ਸੀ। ਉਹਨਾਂ ਰੱਬ ਦੇ ਨਾਂ ਉੱਤੇ ਗੁੰਦੀਆਂ ਫਾਹੀਆਂ ਨੂੰ ਖੋਲ੍ਹ ਕੇ ਜੀਵਨ ਦਾ ਡਰ ਦੂਰ ਕੀਤਾ। ਲੇਖਕ ਅਨੁਸਾਰ ਜਿਹੜਾ ਕੋਈ ਗੁਰੂ ਜੀ ਦੀ ਸਿੱਖਿਆ ਵਿੱਚੋਂ ਜ਼ਿੰਦਗੀ ਤੋਂ ਵੱਖਰੇ ਕਿਸੇ ਜਪ ਤਪ ਦੇ ਇਸ਼ਾਰੇ ਪੜ੍ਹਦਾ ਹੈ, ਉਹ ਜ਼ਿੰਦਗੀ ਨੂੰ ਮੁੜ ਉਸੇ ਖੁੱਬਣ ਵਿੱਚ ਫਸਾਉਂਦਾ ਹੈ ਜਿਸ ਵਿੱਚੋਂ ਗੁਰੂ ਜੀ ਨੇ ਕੱਢਿਆ ਸੀ। ਗੁਰੂ ਜੀ ਨੇ ਡਾਡੀਆਂ ਦੀ ਧੱਕੇਸ਼ਾਹੀ ਤੇ ਬੇਨਿਆਈ ਨੂੰ ਜਰਨ ਦੀ ਥਾਂ ਉਸ ਨੂੰ ਦੂਰ ਕਰਨ ਲਈ ਮਨੁੱਖ ਦਾ ਧਰਮ ਦੱਸਿਆ। ਆਪ ਹਿੰਦੁਸਤਾਨ ਨੂੰ ਕਸਾਈ ਰਾਜਿਆਂ, ਖੋਟੇ ਵਜ਼ੀਰਾਂ ਤੇ ਗੁਫਾਵਾਂ ਭੋਰਿਆਂ ਵਿੱਚ ਵੜੇ ਤਿਆਗੀਆਂ ਦਾ ਦੇਸ਼ ਬਣਿਆ ਨਹੀਂ ਸੀ ਦੇਖਣਾ ਚਾਹੁੰਦੇ, ਸਗੋਂ ਅਜਿਹਾ ਦੇਸ਼ ਬਣਿਆ ਦੇਖਣਾ ਚਾਹੁੰਦੇ ਸਨ ਜਿੱਥੇ ਜਨਤਾ ਦੂਜੇ ਦੇ ਹੱਕਾਂ ਦੀ ਜਾਮਨ ਹੱਸਦੀ ਖੇਡਦੀ, ਖਾਂਦੀ ਪੈਂਦੀ ਤੇ ਦੁਨੀਆ ਵਿੱਚ ਸਤਿਕਾਰੀ ਜਾਂਦੀ ਹੋਵੇ। ਲੇਖਕ ਦੱਸਦਾ ਹੈ ਕਿ ਗੁਰੂ ਜੀ ਅਨੁਸਾਰ ਕਿਸੇ ਕੌਮ ਦਾ ਸਾਂਝੀ ਖੁਸ਼ੀ ਲਈ ਸਾਂਝੀਆਂ ਘਾਲਣਾ ਘਲਣਾ
ਅਤੀ ਉੱਤਮ ਤੇ ਅਤੀ ਸੱਚਾ ਸਿਮਰਨ ਹੈ। ਸਾਂਝੀ ਖੁਸ਼ੀ ਲਈ ਸਾਂਝੀਆਂ ਘਾਲਾਂ ਅਤੀ ਉੱਚੇ ਮਨੁੱਖੀ ਇਖਲਾਕ ਦੀ ਜ਼ਮਾਨਤ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੇ ਵਿਚਾਰਾਂ ਨੂੰ ਅੰਧ ਵਿਸ਼ਵਾਸਾਂ ਦੇ ਖੋਬੇ ਵਿੱਚੋਂ ਕੱਢ ਕੇ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਾਡੇ ਸਾਹਮਣੇ ਰੱਖਿਆ ਹੈ ਤੇ ਸਾਨੂੰ ਗੁਰੂ ਜੀ ਦੇ ਉੱਚੇ ਆਦਰਸ਼ਾਂ ਤੋਂ ਜਾਣੂ ਕਰਾਇਆ ਹੈ। ਇਸ ਤਰ੍ਹਾਂ ਇਸ ਲੇਖ ਦਾ ਇਹ ਵਿਸ਼ਾ ਵਿਗਿਆਨਕ ਤੇ ਉਪਦੇਸ਼ਾਤਮਕ ਹੈ। ਇਸ ਨਿਬੰਧ ਦਾ ਮੂਲ ਭਾਵ ਇਹੋ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੇ ਵਿਚਾਰ ਉੱਚੇ ਆਦਰਸ਼ਾਂ ਨਾਲ ਭਰਪੂਰ ਤੇ ਕਲਿਆਣਕਾਰੀ ਸਨ। ਸਾਨੂੰ ਉਹਨਾਂ ਸੰਬੰਧੀ ਅੰਧ ਵਿਸ਼ਵਾਸਾਂ ਵਿੱਚ ਪੈਣ ਦੀ ਥਾਂ ਉਹਨਾਂ ਦੇ ਪੰਜਾਬੀ ਜੀਵਨ ਨੂੰ ਬਦਲ ਕੇ ਰੱਖ ਦੇਣ ਵਾਲੇ ਕਿਰਤ ਕਰਨ, ਵੰਡ ਛਕਣ, ਸਾਂਝੀਵਾਲਤਾ ਤੇ ਅਣਖ ਵਾਲਾ ਜੀਵਨ ਜਿਉਣ ਦੇ ਸੰਦੇਸ਼ ਨੂੰ ਸਮਝਣਾ ਤੇ ਅਪਣਾਉਣਾ ਚਾਹੀਦਾ ਹੈ। ਅਜਿਹੀ ਜੀਵਨ ਜਾਂਚ ਨੂੰ ਅਪਣਾ ਕੇ ਹੀ ਅਸੀਂ ਗੁਰੂ ਜੀ ਦੇ ਸੱਚੇ ਪੈਰੋਕਾਰ ਅਖਵਾ ਸਕਦੇ ਹਾਂ। ਗੁਰੂ ਨਾਨਕ ਨਿਬੰਧ ਕਿਸ ਦੀ ਰਚਨਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ। ਗੁਰਬਖਸ਼ ਸਿੰਘ ਅਨੁਸਾਰ ਮਹਾਂਪੁਰਖ ਦੀ ਕੀ ਪਛਾਣ ਹੈ? ਗੁਰਬਖਸ਼ ਸਿੰਘ ਅਨੁਸਾਰ ਮਹਾਂਪੁਰਖ ਦੀ ਪਛਾਣ ਇੱਕੋ ਹੈ, ਉਸਦਾ ਜੀਵਨ ਉਹਦੇ ਆਲੇ ਦੁਆਲੇ ਦੀ ਕਾਇਆ ਪਲਟ ਦੇਵੇ। 15ਵੀਂ ਸਦੀ ਵਿੱਚ ਹਿੰਦੁਸਤਾਨ ਦੀ ਹਾਲਤ ਕਿਹੋ ਜਿਹੀ ਸੀ? 15ਵੀਂ ਸਦੀ ਵਿੱਚ ਹਿੰਦੁਸਤਾਨ ਵਿਦੇਸ਼ੀ ਹਮਲਾਵਰਾਂ ਦਾ ਲਤਾੜਿਆ ਹੋਇਆ ਸੀ ਤੇ ਪੰਜਾਬ ਉਹਨਾਂ ਦਾ ਲਾਂਘਾ ਹੋਣ ਕਰਕੇ ਕਈ ਵਾਰੀ ਉੱਜੜ ਚੁੱਕਾ ਸੀ। ਗੁਰੂ ਜੀ ਨੇ ਕਿਰਤ ਬਾਰੇ ਕੀ ਵਿਚਾਰ ਪੇਸ਼ ਕੀਤੇ? ਗੁਰੂ ਜੀ ਨੇ ਕਿਰਤੀ ਨੂੰ ਜੀਵਨ ਦੀ ਪੂਰਨਤਾ ਦੱਸਿਆ। ਉਹ ਅਮਲ ਨੂੰ ਜ਼ਿੰਦਗੀ ਦੀ ਸਭ ਤੋਂ ਮਹਾਨ ਵਸਤੂ ਮੰਨਦੇ ਹਨ। ਗੁਰੂ ਜੀ ਦੀ ਸਿੱਖਿਆ ਦਾ ਪੰਜਾਬ ਵਿੱਚ ਕੀ ਅਸਰ ਹੋਇਆ? ਗੁਰੂ ਜੀ ਦੀ ਸਿੱਖਿਆ ਨਾਲ ਪੰਜਾਬ ਵਿੱਚ ਛੂਤ-ਛਾਤ ਤੇ ਵਹਿਮ ਭਰਮ ਘਟ ਗਏ ਅਤੇ ਪੰਜਾਬੀ ਲੋਕਾਂ ਵਿੱਚ ਮੁਸ਼ਕਿਲਾਂ ਦਾ ਟਾਕਰਾ ਕਰਨ ਲਈ ਅਥਾਹ ਹੌਸਲਾ ਪੈਦਾ ਹੋ ਗਿਆ। ਉਹ ਕਿਰਤ ਕਮਾਈ ਕਰਕੇ ਮਾਣ ਵਾਲਾ ਜੀਵਨ ਜਿਉਣ ਲੱਗੇ। ਗੁਰੂ ਜੀ ਹਿੰਦੁਸਤਾਨ ਨੂੰ ਕਿਹੋ ਜਿਹਾ ਬਣਿਆ ਦੇਖਣਾ ਚਾਹੁੰਦੇ ਸਨ। ਗੁਰੂ ਜੀ ਹਿੰਦੁਸਤਾਨ ਨੂੰ ਕਸਾਈ ਰਾਜਿਆਂ, ਖੋਟੇ ਵਜ਼ੀਰਾਂ ਤੇ ਗੁਫਾਵਾਂ ਵਿੱਚ ਵੜੇ ਤਿਆਗੀਆਂ ਦਾ ਦੇਸ਼ ਨਹੀਂ ਸਨ ਬਣਿਆ ਦੇਖਣਾ ਚਾਹੁੰਦੇ, ਸਗੋਂ ਉਹ ਇਸ ਦੇਸ਼ ਦੀ ਜਨਤਾ ਨੂੰ ਦੂਜੇ ਦੇ ਹੱਕਾਂ ਦੀ ਜਾਮਨ, ਹੱਸਦੀ ਖੇਡਦੀ, ਖਾਂਦੀ ਪੈਂਦੀ ਤੇ ਦੁਨੀਆ ਵਿੱਚ ਸਤਿਕਾਰੀ ਜਾਂਦੀ ਦੇਖਣਾ